ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਮੌਜੂਦ ਨੇ। ਚਰਚਾ ਕਰਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਕਾਰਗੁਜ਼ਾਰੀ ਤੇ। ਸਰਕਾਰ ਦੀ ਕਾਰਗੁਜ਼ਾਰੀ ਕੀ ਰਹੀ ਹੈ? ਹੁਣ ਤੱਕ ਤਕਰੀਬਨ ਸਵਾ ਮਹੀਨਾ ਹੋ ਗਿਆ ਸਰਕਾਰ ਨੂੰ ਸੱਤਾ ਵਿੱਚ ਆਇਆ। ਇਹਦੇ ਵਿਚਾਲੇ ਬਹੁਤ ਤਰ੍ਹਾਂ ਦੇ ਵਿਵਾਦ ਵੀ ਖੜੇ ਹੋਏ ਤੇ ਹੁਣ ਜੋ ਅੱਜ ਕੈਬਨਿਟ ਦੇ ਵਿੱਚ ਫੈਸਲਾ ਲਿਆ ਗਿਆ ਉਹਦੇ ਉੱਤੇ ਵੀ ਚਰਚਾ ਜਿਹੜੀ ਕਰਨੀ ਉਹ ਬਣਦੀ ਹੈ। ਸਵਾਗਤ ਹੈ ਤੁਹਾਡਾ ਸੇਖੋਂ ਸਾਹਿਬ। ਬਹੁਤ ਸ਼ੁਕਰੀਆ ਜੀ। ਸ਼ੇਖੋ ਸਾਹਿਬ, ਸਭ ਤੋਂ ਪਹਿਲਾਂ ਗੱਲ ਇਹ ਆ ਕਿ ਸਰਕਾਰ ਨੇ ਅੱਜ 5 ਵੱਡੇ ਫੈਸਲੇ ਲਏ ਨੇ। ਇਹਦੇ ਵਿੱਚ ਜਿਹੜਾ ਘਰ ਘਰ ਰਾਸ਼ਨ ਪਹੁੰਚਾਉਣ ਵਾਲਾ ਉਹਦੇ ਉੱਤੇ ਵੀ ਜਿਹੜਾ ਸਵਾਲ ਖੜੇ ਹੋ ਰਹੇ ਨੇ ਕਿ ਇੱਕ ਤਾਂ ਪੈਸਾ ਕਿੱਥੋਂ ਆਉਣਾ, ਜਿਹੜਾ ਇਹ 600-700 ਕਰੋੜ ਜਾਂ ਜਿੰਨੇ ਦਾ ਵੀ ਬੋਝ ਸਰਕਾਰ ਦੇ ਖਜ਼ਾਨੇ ਉੱਤੇ ਪੈਣਾ, ਤੇ ਉਹਦਾ ਦੂਜਾ ਪੱਖ ਵੀ ਦੇਖਿਆ ਜਾ ਰਿਹਾ ਕਿ ਇਹਦੇ ਨਾਲ ਬਹੁਤ ਸਾਰੇ ਲੋਕ ਵੀ ਬੇਨਕਾਬ ਹੋਣਗੇ। ਇਹ ਬਿਲਕੁਲ ਠੀਕ ਹੈ। ਮੈਨੂੰ ਲੱਗਦਾ ਕਿ ਬਹੁਤ ਜੇ ਕਿਹਾ ਜਾਵੇ ਉਸ ਹਿਸਾਬ ਦੇ ਨਾਲ ਕਿ ਬਹੁਤ ਹੀ ਇੱਕ ਰੈਡੀਕਲ ਜਾਂ ਇੱਕ ਬਹੁਤ ਹੀ ਜ਼ਮੀਨ ਦੇ ਨਾਲ ਜੁੜਿਆ ਹੋਇਆ ਫੈਸਲਾ ਹੈ। ਔਰ ਇਸ ਫੈਸਲੇ ਦੇ ਨਾਲ ਜਿਹੜਾ ਸਰਕਾਰ ਦਾ ਮੰਤਵ ਹੈਗਾ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਹੈ ਜਾਂ ਜਿਹੜੀ ਪਿੰਡਾਂ ਦੇ ਵਿੱਚ ਜਿਸ ਕਿਸਮ ਦੀ ਕਾਣੀ ਵੰਡ ਉਹਨੂੰ ਖਤਮ ਕਰਨ ਵਾਸਤੇ, ਮੈਨੂੰ ਲੱਗਦਾ ਵੀ ਇਹ ਇੱਕ ਬਹੁਤ ਹੀ ਸੋਚਿਆ ਸਮਝਿਆ ਸਿਆਣਾ ਕਦਮ ਹੈ। ਇਹਦੇ ਨਾਲ ਜਿਹੜਾ ਖਾਸ ਕਰਕੇ ਬਹੁਤ ਜਲਦੀ ਆਇਡੈਂਟੀਫਾਈ ਹੋ ਜਾਣਗੇ। ਅਸੀਂ ਪਿਛਲੇ ਸਮੇਂ ਤੋਂ ਦੇਖ ਰਹੇ ਹਾਂ ਕਿ ਜਿਹੜੀ ਰਾਸ਼ਨ ਦੀ ਵੰਡ ਹੋ ਰਹੀ ਪਿੰਡਾਂ ਦੇ ਵਿੱਚ, ਉਹਦੇ ਵਿੱਚ ਕੋਈ ਉਹਦਾ ਸਿਸਟਮ ਨਹੀਂ ਹੈ ਬਹੁਤ ਵਧੀਆ। ਉੱਥੇ ਟਰਾਲੀਆਂ 'ਤੇ ਵੀ ਲੋਕ ਆਪਣੀਆਂ ਬੋਰੀਆਂ ਲੈਣ ਆਉਂਦੇ ਆ ਅਤੇ ਕਾਰਾਂ 'ਤੇ ਵੀ ਬੋਰੀਆਂ ਲੈਣ ਆਉਂਦੇ ਆ ਅਤੇ ਕੋਈ ਹਿਸਾਬ ਕਿਤਾਬ ਨਹੀਂ ਹੈਗਾ। ਖਾਂਦੇ ਪੀਂਦੇ ਲੋਕ, ਨੌਕਰੀ ਪੇਸ਼ਾ ਕਰਦੇ ਲੋਕ ਜਾਂ ਹੋਰ ਸਰਦੇ ਪੁਰਜਦੇ ਲੋਕ ਜਾਂ ਜਿਹੜੇ ਇਸ ਕੰਮ ਲਈ ਜਿਹੜੇ ਐਲੀਜੀਬਲ ਨਹੀਂ ਹੈਗੇ, ਉਹ ਲੋਕ ਪਿਛਲੇ ਸਮੇਂ ਤੋਂ ਵੱਡੀ ਗਿਣਤੀ ਦੇ ਵਿੱਚ ਉੱਥੋਂ ਕਣਕ ਲੈਂਦੇ ਆ। ਔਰ ਉਹੀ ਕਣਕ ਜਿਹੜੀ ਲੈ ਕੇ ਉੱਥੋਂ ਬੋਰੀਆਂ ਜਿਹੜੀਆਂ ਹੈਗੀਆਂ ਉਹ ਚੱਕੀਆਂ 'ਤੇ ਛੱਡੀ ਜਾਂਦੀ ਆ ਜਾਂ ਉਹ ਮੁੜ ਕੇ ਮੰਡੀ 'ਤੇ ਆ ਜਾਂਦੀ ਆ ਜਾਂ ਇਸ ਤਰੀਕੇ ਦੇ ਨਾਲ ਉਹ ਵੀ ਆਪਣੇ ਆਪ ਦੀ ਇੱਕ ਬਹੁਤ ਵੱਡਾ ਕਰਪਸ਼ਨ ਆ। ਇਹ ਗੱਲ ਮੰਨਣੀ ਪਊਗੀ ਕਿ ਜਿਹੜਾ ਪਬਲਿਕ ਡਿਸਟਰੀਬਿਊਸ਼ਨ ਸਿਸਟਮ ਸੀਗਾ, ਜਿਸ ਮਕਸਦ ਲਈ 60 ਦੇ ਵਿੱਚ ਸ਼ੁਰੂ ਕੀਤਾ ਸੀ, ਇਹਨੇ ਮਕਸਦ ਬਿਲਕੁਲ ਜਿਹੜਾ ਹੈਗਾ ਸੀ ਉਹਦੇ ਉਲਟ ਪਾਸੇ ਚਲੇ ਗਿਆ। ਇਸ ਕੰਮ ਨੂੰ ਪੋਲੀਟੀਕਲ ਪਾਰਟੀਜ਼ ਨੇ ਆਪਣੇ ਜਿਹੜਾ ਹੈਗਾ ਸੀ ਪੋਲੀਟੀਕਲ ਮਫਾਦ ਵਾਸਤੇ ਵਰਤਿਆ। ਜਦੋਂ ਮਿੱਟੀ ਦਾ ਤੇਲ ਹੁੰਦਾ ਸੀਗਾ ਜਾਂ ਖੰਡ ਮਿਲਦੀ ਸੀਗੀ, ਡੀਪੂ ਵਾਲਾ ਆਮ ਤੌਰ 'ਤੇ ਇੰਨਾ ਕਨੈਕਟਡ ਬੰਦਾ ਸੀਗਾ ਪਿੰਡਾਂ ਦੇ ਤੋਂ ਲੈ ਕੇ ਉੱਪਰ ਤੱਕ, ਜਾਂ ਇੰਨਾ ਪਾਵਰਫੁੱਲ ਉਹਨੂੰ ਕਹਿ ਸਕਦੇ ਹਾਂ ਪੋਲੀਟੀਕਲ ਤੌਰ 'ਤੇ, ਜਾਂ ਇੰਨਾ ਯੂਜ਼ਫੁਲ ਸੀ ਪੋਲੀਟੀਕਲ ਪਾਰਟੀਜ਼ ਨੂੰ ਕਿ ਇਹਦਾ ਮਕਸਦ ਜਿਹੜਾ ਸੀਗਾ ਇਹਨੂੰ ਖਾਸ ਕਰਕੇ ਜਿਹੜਾ ਡਿਸਟਰੀਬਿਊਸ਼ਨ ਤੋਂ ਹਟ ਕੇ ਇਹਨੂੰ ਪੋਲੀਟੀਕਲ ਲਿੰਕੇਜ ਦੇ ਤੌਰ ਦੇ ਉੱਤੇ ਜਿਹੜਾ ਸੀ ਉਹ ਯੂਜ਼ ਕੀਤਾ ਗਿਆ ਸੀਗਾ। ਆਟਾ ਵੰਡਣ ਦੇ ਨਾਲ ਇਹ ਗੱਲ ਬਹੁਤ ਕਲੀਅਰ ਆ ਜੂਗੀ ਵੀ ਕਿਹਦੇ ਘਰ ਆਟਾ ਜਾਂਦਾ ਹੈ, ਔਰ ਉੱਥੇ ਫਿਰ ਦੇਖਿਆ ਵੀ ਜਾਊਗਾ ਵੀ ਵਾਕਿਆ ਹੀ ਆਟਾ ਲੈਣ ਦੇ ਜਿਹੜੇ ਹੈਗੇ ਆ ਕਾਬਿਲ ਹੈਗੇ ਆ ਜਾਂ ਯੋਗ ਹੈਗੇ ਆ ਜਾਂ ਨਹੀਂ ਹੈਗੇ। ਤਾਂ ਮੇਰਾ ਕਹਿਣ ਤੋਂ ਭਾਵ ਹੈ, ਗੱਲ ਬਹੁਤ ਲੰਬੀ ਨਾ ਕੀਤੀ ਜਾਵੇ, ਇੱਕ ਬਹੁਤ ਹੀ ਸੋਚੀ ਸਮਝੀ ਰੈਡੀਕਲ ਸਿਆਣਾ ਕਦਮ ਹੈਗਾ। ਭਾਵੇਂ ਇਹਦੇ ਨਾਲ ਸਰਕਾਰ ਦੇ ਜਿਹੜੀ ਹੈਗੀ ਆ ਕੰਮ ਵਧਣਾ ਹੈ, ਭਾਵੇਂ ਇਹਨੂੰ ਡੀਪੂਆਂ ਵਾਲਿਆਂ ਨੇ ਵੀ ਰਜਿਸਟ ਕਰਨਾ ਹੈ, ਭਾਵੇਂ ਇਹਨੂੰ ਜਿਹੜੀ ਹੋਰ ਲੋਕ ਹੈਗੇ ਉਹ ਵੀ ਰਜਿਸਟ ਕਰ ਸਕਦੇ ਆ, ਪਰ ਮੈਨੂੰ ਲੱਗਦਾ ਕਿ ਜਿਹੜਾ ਸਰਕਾਰ ਦੇ ਤੰਤਰ ਅੱਗੇ ਇਹੋ ਜਿਹੀ ਕੋਈ ਰਜਿਸਟੈਂਸ ਨਹੀਂ ਆਉਂਦੀ। ਉਹਨਾਂ ਨੂੰ ਇਹ ਪਲਾਨ ਬਣਾ ਕੇ ਤੇ ਇਹ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ। ਤੇ ਉਹਦੇ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਮੈਨੂੰ ਲੱਗਦਾ ਕਿ ਜਿਹੜੀ ਅੱਗੇ ਕਾਣੀ ਵੰਡ ਹੁੰਦੀ ਸੀਗੀ ਜਾਂ ਜਿਹੜੇ ਨਾ ਯੋਗ ਲੋਕਾਂ ਦੇ ਕੋਲ ਰਾਸ਼ਨ ਜਾਂਦਾ ਸੀ, ਕਣਕ ਜਾਂਦੀ ਸੀਗੀ, ਉਹ ਨਹੀਂ ਜਾਊਗੀ। ਇਹਦੇ ਨਾਲ ਸਰਕਾਰ ਦਾ ਪੈਸਾ ਵੀ ਬਚੂਗਾ ਤੇ ਇਹਦੇ ਨਾਲ ਖਾਸ ਕਰਕੇ ਜੋ ਕਰਪਸ਼ਨ ਦਾ ਇੱਕ ਐਲੀਮੈਂਟ ਦੇ ਤੌਰ 'ਤੇ ਸਮਝਿਆ ਜਾਵੇ, ਉਹਨੂੰ ਵੀ ਰੋਕਣ ਦੇ ਵਿੱਚ ਜਿਹੜੀ ਹੈਗੀ ਕਾਫੀ ਹੱਦ ਤੱਕ ਜਿਹੜੀ ਆ ਉਹ ਸਿਸਟਮ ਨੂੰ ਜਾਂ ਸਮਾਜ ਨੂੰ ਮਦਦ ਮਿਲੂਗੀ। ਜੀ ਸੇਖੋਂ ਸਾਹਿਬ, ਜਿਵੇਂ ਮੈਂ ਗੱਲ ਕਰ ਰਿਹਾ ਸੀ ਕਿ 45 ਦਿਨਾਂ ਦੀ ਕਾਰਗੁਜ਼ਾਰੀ, ਹੁਣ ਤਾਂ ਆਰਡੀਨੈਂਸ, ਪਹਿਲਾਂ ਕਹਿੰਦੇ ਤੁਸੀਂ ਐਲਾਨਾਂ ਦੀ ਸਰਕਾਰ, ਲੋਕ ਕਹਿੰਦੇ ਰਹੇ ਕਿ ਸਰਕਾਰ ਐਲਾਨ ਹੀ ਐਲਾਨ ਕਰਦੀ ਹੈ, ਹੁਣ ਆਰਡੀਨੈਂਸ ਆਉਣ ਲੱਗ ਗਏ, ਹੁਣ ਜਾਰੀ ਕਰ ਦਿੱਤਾ। ਇੱਕ ਰੈਂਕ, ਇੱਕ ਪੈਨਸ਼ਨ, ਇੱਕ ਵਿਧਾਇਕ ਵਾਲਾ ਮਸਲਾ ਤੇ ਹੋਰ ਜਿਹੜੇ 26,000 ਤੋਂ ਉੱਤੇ ਨੌਕਰੀਆਂ ਦੀ ਗੱਲ ਕਰਤੀ ਸਰਕਾਰ ਨੇ। ਕਿਸਾਨਾਂ ਨੂੰ ਜਿਹੜਾ ਨਰਮੇ ਦਾ ਮੁਆਵਜ਼ਾ ਜਿਹੜਾ ਮਜ਼ਦੂਰਾਂ ਨੂੰ ਉਹ ਵੀ ਜਾਂਦਾ ਹੋ ਗਿਆ। ਪਰ ਕੋਈ ਨਾ ਕੋਈ ਤਾਂ ਮਤਲਬ ਕਿ ਫੇਲੂਅਰ ਵੀ ਰਹਿੰਦਾ ਆ। ਜਦੋਂ ਕੋਈ ਕੰਮ ਕਰਦਾ, ਸਰਕਾਰਾਂ ਕੰਮ ਕਰਦੀਆਂ ਨੇ ਤਾਂ ਕਿਤੇ ਨਾ ਕਿਤੇ ਫੇਲੂਅਰ ਵੀ ਰਹਿ ਜਾਂਦੇ ਨੇ। ਮੈਨੂੰ ਲੱਗਦਾ ਹੈ ਕਿ ਸਾਡੀਆਂ ਐਕਸਪੈਕਟੇਸ਼ਨਸ ਬਹੁਤ ਸੀਗੀਆਂ। ਜਿਸ ਤਰੀਕੇ ਦੇ ਨਾਲ ਅਸੀਂ ਜਿਹੜੀਆਂ ਰਵਾਇਤੀ ਪਾਰਟੀਆਂ ਤੋਂ ਪੰਜਾਬ ਦੇ ਲੋਕਾਂ ਨੇ ਦੁਖੀ ਹੋ ਕੇ ਇਹ ਨਵੀਂ ਸਰਕਾਰ ਚੁਣੀ ਹੈ, ਤਾਂ ਆਸਾਂ ਬਹੁਤ ਹੈ। ਪਰ ਇਹ ਵੀ ਗੱਲ ਹੈਗੀ ਆ ਕਿ ਕੋਈ ਵੀ ਸਰਕਾਰ ਸੰਵਿਧਾਨ ਦੇ ਵਿੱਚ ਕੰਮ ਕਰਦੀ ਆ, ਨਿਯਮਾਂ ਦੇ ਵਿੱਚ ਕੰਮ ਕਰਦੀ ਆ, ਇੱਕ ਢਾਂਚਾ ਹੁੰਦਾ, ਸਟਰਕਚਰ ਹੁੰਦਾ, ਜਾਦੂ ਦੀ ਛੜੀ ਨਹੀਂ ਹੈਗੀ ਕਿ ਹੁਕਮ ਦਿੱਤਾ ਤੇ ਉਹ ਕੰਮ ਹੋ ਗਿਆ। ਇਹਦੇ ਵਿੱਚ ਤਾਂ ਇੱਕ ਤੁਹਾਨੂੰ ਤੰਤਰ 'ਚ ਰਹਿ ਕੇ, ਇੱਕ ਸੰਵਿਧਾਨਕ ਪ੍ਰਕਿਰਿਆ ਦੇ ਵਿੱਚ ਰਹਿ ਕੇ, ਜਾਂ ਇੱਕ ਜਿਸ ਤਰੀਕੇ ਨਾਲ ਸਾਡਾ, ਕਿਉਂਕਿ ਕੋਈ ਵੀ ਜੋ ਤੁਸੀਂ ਫੈਸਲਾ ਲਾਗੂ ਕਰਨਾ ਵਾ ਉਹਨੂੰ ਕੈਬਨਿਟ 'ਚ ਪਾਸ ਹੋਣਾ ਚਾਹੀਦਾ ਵਾ, ਜਾਂ ਉਹਦਾ ਆਰਡੀਨੈਂਸ ਬਣਾਇਆ ਜਾਵੇ, ਜਾਂ ਤੁਸੀਂ ਉਹਨੂੰ ਆਪਣੀ ਜਿਹੜੀ ਲੈਜਿਸਲੇਟਿਵ ਅਸੈਂਬਲੀ ਤੋਂ ਲੈ ਕੇ ਆਓ, ਉਹ ਇੱਕ ਪ੍ਰਕਿਰਿਆ ਹੈਗੀ ਆ।
45 ਦਿਨ ਬਹੁਤ ਲੰਮਾ ਟਾਈਮ ਨਹੀਂ ਹੈ। ਮੈਨੂੰ ਲੱਗਦਾ ਕਿ ਅਸੀਂ ਲੋਕ ਬਹੁਤ ਕਾਹਲੇ ਪੈ ਜਾਂਦੇ ਹਾਂ ਤੇ ਅਸੀਂ ਸਾਡੀਆਂ ਆਸ਼ਾਵਾਂ ਬਹੁਤ ਵੱਡੀਆਂ ਹੈਗੀਆਂ। ਮੈਨੂੰ ਲੱਗਦਾ ਵੀ ਸਰਕਾਰ ਨੂੰ ਘੱਟੋ ਘੱਟ 6 ਮਹੀਨੇ ਤਾਂ ਦੇਣੇ ਚਾਹੀਦੇ ਆ। ਪਰ ਇਹਨਾਂ 45 ਦਿਨਾਂ ਦੇ ਵਿੱਚ ਜਿਹੜਾ ਤੁਸੀਂ ਗੱਲ ਕੀਤੀ ਆ ਕਿ ਜੋ ਸਾਨੂੰ ਲੱਗਦਾ ਹੈ ਕਿ ਸਰਕਾਰ ਵੀ ਟੋਸ ਦੇ ਉੱਤੇ ਆ, ਮੰਤਰੀ ਸਾਹਿਬ ਵੀ ਟੋਸ ਦੇ ਉੱਤੇ ਹੈਗਾ। ਕੁਝ ਫੈਸਲੇ ਉਹਨਾਂ ਨੇ ਇਸ ਕਿਸਮ ਦੇ ਲਏ ਆ ਜਿਹੜੇ ਲੋਕਾਂ ਲਈ ਬਹੁਤ ਖਾਸ ਕਰਕੇ ਲੋਕਾਂ ਨੂੰ ਲੱਗਦਾ ਵੀ ਇਹ ਲੈਣੇ ਚਾਹੀਦੇ ਸੀਗੇ। ਵੱਡੇ ਵੱਡੇ ਪੰਜਾਬ ਜਿਹੜੇ ਦਾਨਸ਼ਵਰ ਹੈਗੇ ਆ, ਪੰਜਾਬ ਦੇ ਐਸੀ ਲੋਕ ਸੀ, ਉਹ ਵੀ ਉਹਨਾਂ ਫੈਸਲਿਆਂ ਦੀ ਉਹਨਾਂ ਨੇ ਹਮਾਇਤ ਕੀਤੀ। ਹਾਂ, ਕੁਝ ਇੱਕ ਦੋ ਪੋਲੀਟੀਕਲ ਜਿਹੜੇ ਇਹਨਾਂ ਦੇ ਫੈਸਲੇ ਹੋ ਗਏ ਉਹਦੇ ਤੇ ਸਵਾਲ ਉਠਾਏ ਆ। ਪਰ ਇਹਦੇ ਨਾਲ ਜੇ ਅਸੀਂ ਦੇਖਦੇ ਪਿਛਲੇ 45 ਦਿਨ ਦੀ ਸਰਕਾਰ ਦੀ ਕਾਰਗੁਜ਼ਾਰੀ ਦੇ ਤੌਰ ਤੇ ਜਿਹੜੇ ਉਹਨਾਂ ਐਲਾਨ ਕੀਤੇ, ਐਲਾਨ ਕਰਨ ਦਾ ਮਤਲਬ ਹੁੰਦਾ ਤੁਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਵੀ ਅਸੀਂ ਫੈਸਲਾ ਲੈਣ ਜਾ ਰਹੇ ਹਾਂ। ਜਿੱਦਾਂ ਇਹ ਐਲਾਨ ਕਰਤਾ ਸੀ ਇੱਕ ਪੈਨਸ਼ਨ ਜਿਹੜੀ ਹੋਊਗੀ ਵਿਧਾਇਕਾਂ ਦੀ, ਔਰ ਤੁਸੀਂ ਦੇਖੋ ਨਾ ਉਹਦੇ ਨਾਲ ਕਿੰਨਾ ਵੱਡਾ ਜਿਹੜਾ ਖਾਸ ਕਰਕੇ ਲੋਕਾਂ ਨੂੰ ਨੌਲੇਜ ਮਿਲਿਆ ਵੀ ਇਹ ਜਿਹੜੇ ਲੋਕ ਜਨਤਾ ਦੇ ਸੇਵਕ ਕਹਿੰਦੇ ਸੀਗੇ, ਜਿਹੜੇ ਕਹਿੰਦੇ ਸੀਗੇ ਕਿ ਅਸੀਂ ਰਾਜ ਨਹੀਂ ਸੇਵਾ ਕਰਦੇ ਹਾਂ, ਤਾਂ ਕਿਸ ਕਿਸਮ ਦੀ ਸੇਵਾ ਜਿਹੜੀ ਆ ਉਹ ਕਰ ਰਹੇ ਸੀ ਉਹਦੇ ਵਿੱਚੋਂ। ਤਾਂ ਇਹ ਖਾਸ ਕਰਕੇ ਜਿਹੜਾ ਅੱਜ ਦੀ ਆਪਾਂ ਗੱਲ ਕਰਦੇ ਹਾਂ ਕਿ ਆਰਡੀਨੈਂਸ ਜਾਰੀ ਆਇਆ ਹੋਈ, ਆਰਡੀਨੈਂਸ ਹਾਊਸ ਦੇ ਵਿੱਚ ਜਾਊਗਾ। ਹਾਊਸ ਤੋਂ ਬਾਅਦ ਜਿਹੜਾ ਹੈਗਾ ਪਾਸ ਹੋਣ, ਹਾਊਸ ਦੇ ਵਿੱਚ ਪਾਸ ਹੋਣ ਦੀ ਕੋਈ ਸਮੱਸਿਆ ਨਹੀਂ ਹੈ। ਪਰ ਸਾਨੂੰ ਪਤਾ ਕਿ ਗਵਰਨਰ ਸਾਹਿਬ ਦੇ ਕੁਝ ਆਪਣੇ ਅਧਿਕਾਰ ਹੁੰਦੇ ਆ। ਇਹ ਤਾਂ ਮੇਰੇ ਖਿਆਲ ਇਸ ਮਾਮਲੇ ਦੇ ਵਿੱਚ ਤੇ ਗਵਰਨਰ ਸਾਹਿਬ ਉਹਨਾਂ ਨੂੰ ਜਿਹੜਾ ਹੈਗਾ ਕੋਈ ਵੀ ਜਿਹੜਾ ਫੈਸਲਾ ਜਿਹੜਾ ਵਾ ਉਹਨੂੰ ਉਹ ਸਵੀਕਾਰ ਕਰਨਗੇ। ਪਰ ਖਾਸ ਕਰਕੇ ਜਿਹੜਾ ਘਰ ਘਰ ਹੋਰ ਜਿੱਦਾਂ ਦੇ ਆਟੇ ਵਾਲੀ ਗੱਲ ਕੀਤੀ ਆ, ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਫੈਸਲਾ ਲਿਆ ਸੀਗਾ, ਉਹਦੇ ਵਿੱਚ ਮੇਰੇ ਖਿਆਲ ਕਿੰਤੂ ਪਰੰਤੂ ਵੀ ਹੋਏ ਸੀ। ਪਰ ਦਿੱਲੀ ਦਾ ਜਿਹੜਾ ਵਿਵਸਥਾ ਹੈਗੀ ਉਹ ਪੰਜਾਬ ਨਾਲੋਂ ਥੋੜੀ ਡਿਫਰੈਂਟ ਹੈਗੀ ਆ। ਤੇ ਇਹਦੇ ਨਾਲ ਨਾਲ ਜਿਹੜੀਆਂ ਹੋਰ ਅੱਜ ਤੁਸੀਂ ਕਹਿੰਦੇ ਨੌਕਰੀਆਂ ਦੀ ਗੱਲ ਕੀਤੀ ਆ, ਕੋਈ ਵੀ ਚੀਜ਼ ਜਿਹੜੀ ਆ ਇੱਕਦਮ ਜਿਹੜੀ ਆ ਮੈਨੂੰ ਲੱਗਦਾ ਵੀ ਉਹ ਜੇ ਆਪਾਂ ਕਹੀਏ ਵੀ ਹੋ ਜਾਵੇ, ਕਿਉਂਕਿ ਜੇ ਕਹੀਏ ਪਿਛਲੇ 30 ਸਾਲਾਂ ਦਾ ਜਿਹੜਾ ਹੈਗਾ ਸੀ ਇਹ ਸਾਰਾ ਖਲਾਰਾ ਪਿਆ ਸੀਗਾ, ਜਾਂ ਜਿਸ ਤਰੀਕੇ ਦੀ ਸਾਡੀ ਆਰਥਿਕ ਹਾਲਤ ਆ, ਮੈਂ ਫਿਰ ਉੱਥੇ ਆਉਣਾ ਵਾਂ, ਜਿਸ ਕਿਸਮ ਦੀ ਸਾਡੀ ਵਿਵਸਥਾ ਹੈ ਜਾਂ ਜਿਸ ਕਿਸਮ ਦੀ ਪਿਛਲੇ ਸਮੇਂ ਦੇ ਵਿੱਚ ਲਾਅ ਐਂਡ ਆਰਡਰ ਦੀ ਵਿਵਸਥਾ ਸੀਗੀ, ਜਾਂ ਕਿਸ ਤਰੀਕੇ ਦੇ ਨਾਲ ਪੰਜਾਬ ਜਿਹੜਾ ਸੀ ਲੇਟ 70s ਦੇ ਵਿੱਚ ਜਿਹਨਾਂ ਹਾਲਾਤਾਂ 'ਚ ਨਿਕਲਿਆ ਸੀਗਾ, ਜਾਂ ਕਿਸ ਕਿਸਮ ਦੀ ਜਿਹੜੀ ਰਾਜਨੀਤੀ ਜਿਹੜੀ ਹੈਗੀ ਆ ਉਹ ਇੱਥੇ ਹੋਣ ਦੀ ਪੋਸੀਬਿਲਿਟੀ ਹੈਗੀ ਆ। ਕਿਉਂਕਿ ਰਾਜਨੀਤੀ ਸਿਰਫ ਕੰਸਟਰਕਟਿਵ ਕੰਮਾਂ ਵਾਸਤੇ ਨਹੀਂ ਹੁੰਦੀ। ਤੁਸੀਂ ਦੇਖੋ ਵੀ ਰਵਾਇਤੀ ਪਾਰਟੀਆਂ ਆਮ ਤੌਰ ਤੇ ਜੇ ਦੇਖਿਆ ਜਾਵੇ ਬੀਜੇਪੀ ਹੈ ਜਾਂ ਅਕਾਲੀ ਦਲ ਹੈ, ਇਵਨ ਕਾਂਗਰਸ ਪਾਰਟੀ ਵੀ ਹੈਗੀ ਆ, ਉਹ ਹੁਣ ਬਿਲਕੁਲ ਜਿਹੜੇ ਇੱਕ ਕਿਸਮ ਦੇ ਕੁਝ ਪਾਰਟੀਆਂ ਦਾ ਬਿਲਕੁਲ ਕੱਖੋਂ ਹੌਲਾ ਹੋਣ ਵਾਲੀ ਗੱਲ ਹੋਈ ਆ, ਜਿਨ੍ਹਾਂ ਨੇ ਇਹ ਟੇਕਨ ਫਾਰ ਗ੍ਰਾਂਟਡ ਸੀਗਾ ਵੀ ਸਾਡੇ ਤੋਂ ਬਿਨਾਂ ਇੱਥੇ ਕੋਈ ਪਤਾ ਨਹੀਂ ਹਿੱਲ ਸਕਦਾ। ਤੇ ਮੈਨੂੰ ਲੱਗਦਾ ਵੀ ਹੋਰ ਵੀ ਜਥੇਬੰਦੀਆਂ ਹੈਗੀਆਂ, ਵੈਸਟ ਇੰਟਰਸਟ ਵੀ ਹੈਗੇ ਆ, ਉਹ ਕਿੰਤੂ ਪਰੰਤੂ ਵੀ ਕਰਨਗੇ। ਪਰ ਇਹ ਸਾਰੇ ਦੇ ਬਾਵਜੂਦ ਵੀ ਸਰਕਾਰ ਕੋਲ ਕਿਉਂਕਿ ਬਹੁਤ ਵੱਡੀ ਬਰੂਟ ਮੈਜੋਰਟੀ ਹੈਗੀ ਹੈ, ਐਬਸੋਲੂਟ ਮੈਜੋਰਟੀ ਹੈਗੀ ਆ। ਪੰਜਾਬ ਇੱਕ ਦਿੱਲੀ ਦੇ ਮੁਕਾਬਲੇ ਵਿੱਚ ਇੱਕ ਆਟੋਨਮਸ ਯੂਨਿਟ ਵੀ ਹੈਗਾ, ਨਾਟ ਆਟੋਨਮਸ ਇਨ ਦਾ ਉਸ ਟਰਮ ਦੇ ਵਿੱਚ, ਟੈਕਨੀਕਲ ਟਰਮ 'ਚ ਮੈਂ ਗੱਲ ਕਰਦਾ ਵਾਂ, ਜਿਹਦੇ ਕੋਲ ਆਪਣੇ ਫੈਸਲੇ ਲੈਣ ਦੀ ਪੂਰੀ ਜਿਹੜੀ ਸਮਰੱਥਾ ਹੈਗੀ ਆ। ਇਹਦੇ ਨਾਲ ਨਾਲ ਲੋਕਾਂ ਦਾ ਸਹਿਯੋਗ ਹੈ। ਸਭ ਤੋਂ ਵੱਡੀ ਗੱਲ ਹੈ ਕਿ ਲੋਕ ਚਾਹੁੰਦੇ ਆ ਕਿ ਇਹ ਸਰਕਾਰ ਜਿਹੜੀ ਹੈਗੀ ਆ ਇਹ ਕੰਮ ਕਰੇ, ਇਹ ਸਰਕਾਰ ਟਿਕੀ ਰਵੇ, ਇਹ ਉਹ ਫੈਸਲੇ ਲਵੇ ਜਿਨ੍ਹਾਂ ਦੀ ਵਜ੍ਹਾ ਤੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ। ਇਹ ਗੱਲ ਬਹੁਤ ਕਲੀਅਰ ਹੈਗੀ ਆ ਕਿ ਹੁਣ ਲੋਕਾਂ ਨੂੰ ਬਹੁਤਾ ਤੁਸੀਂ ਵਰਗਲਾ ਨਹੀਂ ਸਕਦੇ, ਬਹੁਤਾ ਸਮਝਾਉਣ ਦੀ ਲੋੜ ਨਹੀਂ ਹੈਗੀ, ਜਾਂ ਝੂਠੇ ਵਾਰੇ ਜਾਂ ਜਿਹੜੇ ਵਾਅਦੇ ਹੈਗੇ ਆ ਜਾਂ ਲਾਰੇ ਲਾ ਕੇ ਕਿ ਅਸੀਂ ਆਹ ਕਰ ਦੇਵਾਂਗੇ, ਅਸੀਂ ਆਹ ਕਰ ਦਾਂਗੇ, ਅਸੀਂ ਆਹ ਕੀਤਾ ਸੀਗਾ, ਆਹ ਤੁਹਾਡੇ ਨਾਲ ਵਾਅਦਾ ਕੀਤਾ ਸੀ, ਆਹ ਕੀਤਾ, ਉਹ ਗੱਲਾਂ ਸਾਰੀਆਂ ਜਿਹੜੀਆਂ ਨੇ ਬੇਮਾਇਨਾ ਹੋ ਗਈਆਂ। ਤਾਂ ਇਹਦੇ ਬਾਵਜੂਦ ਵੀ ਕਿਉਂਕਿ ਗਵਰਨੈਂਸ ਦਾ ਸਿਸਟਮ ਹੈਗਾ ਵਾ, ਬਿਊਰੋਕ੍ਰੇਟਿਕ ਸਟਰਕਚਰ ਸਾਰਾ ਉਹੀ ਹੈਗਾ, ਉਹਦੇ ਵਿੱਚੋਂ ਪੋਲੀਟੀਕਲ ਜਿਹੜੇ ਇੰਟਰਸਟ ਵੀ ਉਸ ਕਿਸਮ ਦੇ ਹੈਗੇ ਆ। ਤੇ ਬਾਕੀ ਇਹ ਵੀ ਗੱਲ ਹੈਗੀ ਆ ਕਿ ਇਸ ਪਾਰਟੀ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਦੂਸਰੀਆਂ ਪਾਰਟੀਆਂ ਵਾਲੇ ਪਾਸੇ ਤੋਂ ਆਏ ਆ। ਸੋ ਮੈਨੂੰ ਲੱਗਦਾ ਵੀ ਭਗਵੰਤ ਮਾਨ ਦੀ ਸਰਕਾਰ ਨੂੰ ਬਹੁਤ ਸਾਰੇ ਪਾਸਿਆਂ ਤੋਂ ਚੈਲੰਜ ਹੈਗੇ ਆ। ਪਰ ਟੇਲ ਡੇਟ ਜੇ ਦੇਖਿਆ ਜਾਵੇ ਕਿ ਉਹ ਆਪਣੇ ਜਿਹੜਾ ਵੀ ਇਸ ਸਮੇਂ ਦੇ ਵਿੱਚ ਉਹਨਾਂ ਨੇ ਜੋ ਫੈਸਲੇ ਲਏ ਆ, ਜਾਂ ਉਹਨਾਂ ਨੇ ਐਲਾਨ ਕੀਤੇ ਆ, ਜਾਂ ਉਹਨਾਂ ਨੇ ਕੋਈ ਚੀਜ਼ਾਂ ਲਾਗੂ ਕੀਤੀਆਂ, ਸਿਕਿਉਰਿਟੀ ਦਾ ਮਸਲਾ ਸੀਗਾ, ਕਿੱਦਾਂ ਲੋਕ ਖੁਸ਼ ਹੈ ਜੀ। ਮੈਨੂੰ ਲੱਗਦਾ ਵੀ ਅੱਜ ਤੱਕ ਸਿਵਾਏ ਇੱਕ ਇਹਨਾਂ ਦਾ ਫੈਸਲਾ ਸੀਗਾ ਜਿਹੜਾ ਇਹਨਾਂ ਦੇ ਹੱਥ ਨਹੀਂ ਸੀਗਾ, ਜਿਹੜੇ ਇਹਨਾਂ ਨੇ ਰਾਜ ਸਭਾ ਦੇ ਵਿੱਚ ਮੈਂਬਰ ਜਿਹੜੇ ਉਹਦੇ ਵਿੱਚ ਚੁਣੇ ਸੀਗੇ, ਜਿਨ੍ਹਾਂ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਕਿੰਤੂ ਪਰੰਤੂ ਕੀਤਾ ਸੀ, ਤਾਂ ਮੈਨੂੰ ਲੱਗਦਾ ਉਹ ਜਾਇਜ਼ ਵੀ ਹੈਗਾ ਜੇ ਪੰਜਾਬ ਦੇ ਲੋਕਾਂ ਦੀ ਨਜ਼ਰਾਂ ਮੁਤਾਬਕ ਦੇਖਿਆ ਜਾਵੇ। ਉਸ ਤੋਂ ਇਲਾਵਾ ਮੈਨੂੰ ਲੱਗਦਾ ਵੀ ਜਿਹੜੇ ਵੀ ਕੰਮ ਇਸ ਪੰਜਾਬ ਸਰਕਾਰ ਦੇ ਜਾਂ ਭਗਵੰਤ ਮਾਨ ਦੀ ਸਰਕਾਰ ਦੇ ਇਹਨਾਂ ਦੇ ਹੱਥ ਵਿੱਚ ਸੀਗੇ, ਤੇ ਉਹਦੇ ਬਾਰੇ ਤਾਂ ਅੱਜ ਤੱਕ ਮੈਨੂੰ ਲੱਗਦਾ ਕਿ ਲੋਕ ਕਾਫੀ ਖੁਸ਼ ਵਾ, ਔਰ ਲੋਕ ਚਾਹੁੰਦੇ ਆ ਕਿ ਇਹ ਸਰਕਾਰ ਹੋ ਅੱਗੇ ਵਧੇ, ਔਰ ਜਿੰਨੇ ਹੀ ਕੰਮ ਇਹ ਲੋਕ ਭਲਾਈ ਦੇ ਕਰਨਗੇ ਓਨੀ ਹੀ ਇਹਨਾਂ ਦੀ ਸਪੋਰਟ ਜਿਹੜੀ ਆ ਉਹ ਹੋਰ ਵਧੂਗੀ। ਮੈਂ ਫਿਰ ਕਹਿਣਾ ਚਾਹੁੰਦਾ, ਲੋਕਾਂ ਨੇ ਇਹਨਾਂ ਨੂੰ ਵੋਟਾਂ ਦਿੱਤੀਆਂ ਸੀਗੀਆਂ, ਸਪੋਰਟ ਨਹੀਂ ਸੀ ਉਸ ਕਿਸਮ ਦੀ ਜਿਹੜੀ ਪੋਲੀਟੀਕਲ ਸਪੋਰਟ ਹੁੰਦੀ ਆ, ਉਸ ਕਿਸਮ ਦੀ ਜਿਹੜੀ ਖਾਸ ਕਰਕੇ ਬੇਸ ਨਹੀਂ ਸੀਗਾ। ਹੁਣ ਇਹ ਜੇ ਚੰਗੇ ਕੰਮ ਕਰਨਗੇ, ਲੋਕ ਭਲਾਈ ਦੇ ਕੰਮ ਕਰਨਗੇ, ਜਾਂ ਜੋ ਫੈਸਲੇ ਇਹਨਾਂ ਨੇ ਅੱਜ ਲਏ ਆ, ਨੌਕਰੀਆਂ ਦੀ ਗੱਲ ਕੀਤੀ ਉਹਦੇ ਵਿੱਚੋਂ, ਹੈਲਥ ਐਜੂਕੇਸ਼ਨ ਦੇ ਵਿੱਚ ਵੀ ਅਪੁਆਇੰਟਮੈਂਟ ਹੋਣ ਵਾਲੀਆਂ ਹੈਗੀਆਂ, ਜਾਂ ਹੋਰ ਜਿਹੜੇ ਮਸਲੇ ਹੱਲ ਕਰਨ ਵਾਲੇ ਆ,
ਘੱਟੋ ਘੱਟ ਉਹਨਾਂ ਮਸਲਿਆਂ ਤੇ ਜਿਨ੍ਹਾਂ ਤੇ ਇਹ ਇਮੀਡੀਏਟ ਤਵੱਜੋ ਨਹੀਂ ਦੇ ਸਕਦੇ ਜਾਂ ਫੈਸਲੇ ਨਹੀਂ ਲੈ ਸਕਦੇ, ਉਹਨਾਂ ਦੇ ਉੱਤੇ ਘੱਟੋ ਘੱਟ ਇਹਨਾਂ ਨੂੰ ਬਹਿਸ ਕਰਦੇ ਰਹਿਣਾ ਚਾਹੀਦਾ, ਇਹਨਾਂ ਨੂੰ ਕੋਈ ਨਾ ਕੋਈ ਐਲਾਨ ਕਰਦੇ ਰਹਿਣਾ ਚਾਹੀਦਾ। ਇਹਨਾਂ ਨੂੰ ਜਿਹੜੇ ਲੋਕ ਹੈਗੇ ਆ ਇੱਥੋਂ ਦੇ ਪੰਜਾਬ ਦੇ ਜਿਹੜੇ ਦਾਨਸ਼ਮੰਦ ਲੋਕ ਹੈਗੇ ਆ, ਚਾਹੇ ਐਗਰੀਕਲਚਰ ਐਕਸਪਰਟਸ ਹੈਗੇ ਆ, ਜਾਂ ਤੁਹਾਡੇ ਜਿਹੜੇ ਡਾਕਟਰਸ ਹੈਗੇ ਚੰਗੇ, ਜਾਂ ਜੋ ਇੰਜੀਨੀਅਰਸ ਹੈਗੇ ਆ, ਜਾਂ ਜਿਹੜੇ ਸਿੱਖਿਆ ਸ਼ਾਸਤਰੀ ਹੈਗੇ ਆ, ਉਹਨਾਂ ਦੇ ਨਾਲ ਲਗਾਤਾਰ ਇਹਨਾਂ ਨੂੰ ਜਿਹੜੀ ਹੈਗੀ ਆ ਆਪਣੀ ਜਿਹੜੀ ਵਾਰਤਾਲਾਪ ਜਾਰੀ ਕਰਦੇ ਰਹਿਣਾ ਚਾਹੀਦਾ। ਤੇ ਉਹਨਾਂ ਤਾਂ ਕਿ ਲੋਕਾਂ ਨੂੰ ਇਹ ਆਸ ਬਣੀ ਰਵੇ, ਕਿਉਂਕਿ ਮਸਲੇ ਬਹੁਤ ਡੂੰਘੇ ਆ। ਪੰਜਾਬ ਦਾ ਇਕਨੋਮਿਕ ਕ੍ਰਾਈਸਿਸ ਵੀ ਹੈਗਾ, ਪੰਜਾਬ ਦਾ ਸਮਾਜਿਕ ਕ੍ਰਾਈਸਿਸ ਵੀ ਹੈਗਾ। ਸਮਾਜਿਕ ਕ੍ਰਾਈਸਿਸ ਤੋਂ ਭਾਵੇਂ ਮੈਂ ਕਹਿੰਦਾ ਵੀ ਅਜੇ ਵੀ ਤੁਸੀਂ ਦੇਖੋ ਗੈਂਗਸਟਰਾਂ ਦੀ ਗੱਲ ਅਜੇ ਆਉਣ ਡਈ ਆ, ਲਾਅ ਐਂਡ ਆਰਡਰ ਦੀ ਗੱਲ ਹੈਗੀ ਆ, ਚੋਰੀਆਂ ਹੋਣ ਦੀਆਂ ਹੋਣੀਆਂ, ਨਸ਼ਾ ਅਜੇ ਵੀ ਉਸੇ ਤਰੀਕੇ ਦੇ ਨਾਲ ਰੋਜ਼ 2 ਬੰਦੇ 3 ਬੰਦੇ ਆਪਾਂ ਅਖਬਾਰਾਂ 'ਚ ਪੜ੍ਹਦੇ ਹਾਂ ਉਹ ਮਰ ਰਹੇ ਆ। ਨਸ਼ਾ ਵਿਕਣ ਦੀਆਂ ਖਬਰਾਂ ਵੀ ਆਉਂਦੀਆਂ ਵਾ, ਨਸ਼ਾ ਵੇਚਣ ਦੀਆਂ ਖਬਰਾਂ ਵੀ ਆਉਂਦੀਆਂ ਵਾ। ਤੋ ਇਸ ਕਰਕੇ ਬੇਰੁਜ਼ਗਾਰ ਲੋਕਾਂ ਦੀ ਗੱਲ ਵੀ ਹੈਗੀ ਆ, ਉਹ ਵੀ ਪ੍ਰੋਟੈਸਟ ਕਰਦੇ ਆ, ਜਾਂ ਹੋਰ ਇਸ ਕਿਸਮ ਦਾ ਜਿਹੜਾ ਜਿਹੜੇ ਸਮਾਜ ਦੇ ਵੱਖਰੇ ਵੱਖਰੇ ਤਬਕੇ ਹੈਗੇ ਆ, ਚਾਹੇ ਉਹ ਦਲਿਤ ਭਾਈਚਾਰਾ ਹੈ, ਚਾਹੇ ਹੋਰ ਭਾਈਚਾਰਾ ਹੈ। ਮੇਰਾ ਖਿਆਲ ਇਹ ਆ ਕਿ ਜਿਹੜੀਆਂ ਜੇ ਇਹਨਾਂ ਨੇ ਪਾਪੂਲਿਸਟ ਕੋਈ ਵਾਅਦੇ ਕੀਤੇ ਆ, ਜਿੱਦਾਂ ਫਾਰ ਐਗਜ਼ਾਮਪਲ ਕਿ ਇੰਨੇ ਪੈਸੇ ਉਹਦੇ ਖਾਤਿਆਂ 'ਚ ਭੇਜ ਦੇਵਾਂਗੇ, ਮੈਨੂੰ ਲੱਗਦਾ ਵੀ ਉਹਨੂੰ ਦੁਬਾਰਾ ਗੌਰ ਕਰਨ ਦੀ ਲੋੜ ਹੈਗੀ ਆ। ਉਹਨੂੰ ਵੀ ਉੱਦਾਂ ਹੀ ਵਿਚਾਰਨ ਦੀ ਲੋੜ ਹੈ ਜਿੱਦਾਂ ਇਹਨਾਂ ਨੇ ਕਣਕ ਦੀ ਥਾਂ ਦੇ ਉੱਤੇ ਆਟਾ ਦੇਣ ਦੀ ਗੱਲ ਕੀਤੀ ਆ, ਕਿ ਉਹ ਪੈਸੇ ਜਿਹੜੇ ਹੈਗੇ ਆ ਵਾਕਿਆ ਹੀ ਜਿਹੜੇ ਡਿਜ਼ਰਵ ਲੋਕ ਹੈਗੇ ਆ ਉਹਨਾਂ ਨੂੰ ਦਿੱਤੇ ਜਾਣ, ਤੇ ਮੇਰਾ ਖਿਆਲ ਇਹ ਜ਼ਿਆਦਾ ਵਧੀਆ ਹੋਊਗਾ। ਸਾਹਿਬ ਇਹਦੇ ਵਿੱਚ ਇੱਕ ਹੋਰ ਗੱਲ ਆਉਂਦੀ ਹੈ ਕਿ ਸਰਕਾਰ ਬਿਜਲੀ ਸਮਝੌਤਿਆਂ ਉੱਤੇ ਮੂੰਹ ਕਿਉਂ ਨਹੀਂ ਖੋਲਦੀ? ਜਿਸ ਤਰ੍ਹਾਂ ਦਾ ਬਿਜਲੀ ਸੰਕਟ ਹੈ, ਕਹਿ ਦਿੱਤਾ ਜਾਂਦਾ ਹੈ ਕਿ ਇੱਕ ਅੱਧਾ ਦਿਨ ਰੁਕ ਜਾਓ, ਇਹ ਮਸਲਾ ਹੱਲ ਹੋ ਜਾਣਾ। ਪਿੰਡਾਂ 'ਚ ਵੱਡੇ ਵੱਡੇ ਕੱਟ ਲੱਗ ਰਹੇ ਨੇ, ਲੋਕ ਤਰਾ ਤਰਾ ਉਧਰ ਵੀ ਕਰਦੇ ਫਿਰਦੇ ਨੇ, ਇੱਧਰ ਸ਼ਹਿਰਾਂ ਦੇ ਲੋਕ ਵੀ ਸੜਕਾਂ ਤੇ ਨੇ, ਵਪਾਰੀਆਂ ਦੀਆਂ ਜਿਹੜੀਆਂ ਫੈਕਟਰੀਆਂ ਉਹਨਾਂ ਨੂੰ ਬਿਜਲੀ ਸਪਲਾਈ ਨਹੀਂ ਸਿਰਫ ਕਿਸਾਨਾਂ ਤੱਕ ਸੀਮਤ ਰਹਿ ਗਿਆ ਕਿ ਜਿਹੜੀਆਂ ਮੋਟਰਾਂ ਦਾ ਪਾਣੀ ਆ ਉੱਥੇ ਤੱਕ ਪਹੁੰਚਦਾ ਹੋ ਜੇ, ਸਬਸਿਡੀ ਪੂਰੀ ਮਿਲਦੀ ਹੋ ਜੇ, ਪਰ ਫਿਰ ਵੀ ਉੱਥੇ ਵੀ ਕਿਸਾਨ ਵੀ ਪਰੇਸ਼ਾਨ ਨੇ। ਬਿਜਲੀ ਸਮਝੌਤੇ ਰੱਦ ਕਰਨ ਬਾਰੇ ਕੋਈ ਗੱਲ ਨਹੀਂ ਹੋ ਰਹੀ। ਦੇਖੋ ਇਹ ਗੱਲ ਇੰਨਾ ਸਿੰਪਲ ਨਹੀਂ ਹੁੰਦਾ। ਸਮਝੌਤਾ ਜਿਹੜਾ ਕੀਤਾ ਹੁੰਦੀਆਂ ਉਹਦੀਆਂ ਸ਼ਰਤਾਂ ਹੁੰਦੀਆਂ। ਸਮਝੌਤਾ ਜਿਹੜਾ ਪਹਿਲੀ ਸਰਕਾਰ ਨੇ ਕੀਤਾ ਸੀ, ਅਕਾਲੀਆਂ ਨੇ, ਕਾਂਗਰਸ ਨੇ ਵੀ ਕਿਹਾ ਸੀ ਅਸੀਂ ਉਹਨੂੰ ਰੱਦ ਨਹੀਂ ਕਰ ਸਕਦੇ। ਕਿਹੜੇ ਕਾਰਨ ਸੀ ਜਿਨ੍ਹਾਂ ਕਰਕੇ ਰੱਦ ਨਹੀਂ ਕਰ ਸਕਦੇ? ਅੱਜ ਬਿਜਲੀ ਦੀ ਅਕਿਊਟ ਸ਼ਾਰਟੇਜ ਹੈਗੀ ਆ, ਤੁਸੀਂ ਉਹਨਾਂ ਨੂੰ ਰੱਦ ਕਰਕੇ ਬੈਠ ਜਾਓ। ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਜਦੋਂ ਬਿਜਲੀ ਬਹੁਤ ਘੱਟ ਆਉਂਦੀ ਹੁੰਦੀ ਸੀ, ਉਦੋਂ ਲੋਕ ਇਹ ਵੀ ਕਹਿੰਦੇ ਹੁੰਦੇ ਸੀ ਵੀ ਅਸੀਂ ਜਿੰਨੇ ਮਰਜ਼ੀ ਪੈਸੇ ਸਾਡੇ ਕੋਲ ਸਾਨੂੰ ਬਿਜਲੀ ਦੇ ਦਿਓ, ਸਾਨੂੰ ਜਨਰੇਟਰ ਨਾ ਚਲਾਉਣੇ ਚਾਹਣ, ਸਾਨੂੰ ਇੰਜਣ ਨਾ ਲਿਆਉਣੇ ਪੈਣ। ਉਸ ਤਰੀਕੇ ਨਾਲ ਸਮਝੌਤਾ ਹੋਇਆ। ਮੈਂ ਸਮਝੌਤੇ ਬਾਰੇ, ਕਿਉਂਕਿ ਉਸ ਸਮੇਂ ਦੀ ਸਰਕਾਰ ਨੇ ਕੀਤਾ ਹੈ, ਉਹਦੇ ਵਿੱਚ ਜੋ ਟੈਕਨੀਕਲ ਲੋਕ ਕਹਿੰਦੇ ਆ ਵੀ ਉਹ 'ਚ ਖਾਮੀਆਂ ਹੈਗੀਆਂ। ਜਿਸ ਤਰੀਕੇ ਨਾਲ ਕੀਤੇ ਗਏ, ਜਿੰਨੀ ਕਾਹਲੀ ਨਾਲ ਕੀਤੇ ਗਏ, ਜਾਂ ਜਿਸ ਤਰੀਕੇ ਨਾਲ ਪਹਿਲੇ ਸਮੇਂ 'ਚ ਉਹਦੀਆਂ ਫਾਈਲਾਂ ਨੂੰ ਨਹੀਂ ਅੱਗੇ ਆਉਣ ਦਿੱਤਾ ਗਿਆ, ਉਹਦੇ ਵਿੱਚ ਕੋਈ ਨਾ ਕੋਈ ਗੜਬੜ ਤਾਂ ਹੋਊਗੀ। ਇਹਨਾਂ ਪ੍ਰੋਮਿਸ ਕੀਤਾ ਹੈ, ਪਰ ਸਮਝੌਤੇ ਤੁਸੀਂ ਉਦੋਂ ਰੱਦ ਕਰ ਸਕੋਗੇ ਜਦੋਂ ਤੁਹਾਡੇ ਕੋਲ ਆਲਟਰਨੇਟਿਵ ਸੋਰਸ ਆਫ એનર્ਜੀ ਹੋਊਗਾ। ਆਲਟਰਨੇਟਿਵ ਸੋਰਸ ਆਫ એનર્ਜੀ ਜਿਹੜਾ ਹੈਗਾ ਤੁਹਾਨੂੰ ਸੈਂਟਰਲ ਪੂਲ 'ਚੋਂ ਮਿਲਣਾ ਹੈ। ਸੈਂਟਰਲ ਪੂਲ 'ਚੋਂ ਮਿਲਣ ਵਾਸਤੇ ਤੁਹਾਨੂੰ ਜਿਹੜੀ ਹੈਗੀ ਕੇਂਦਰ ਸਰਕਾਰ ਦੇ ਨਾਲ ਤੁਹਾਡੀ ਸਹਿਮਤੀ ਚਾਹੀਦੀ ਆ। ਕੇਂਦਰ ਸਰਕਾਰ ਜਿਹੜੀ ਹੈਗੀ ਉਹ ਤੁਹਾਡੇ ਨਾਲ ਤੁਹਾਡਾ ਜਿਹੜਾ ਜਾਇਜ਼ ਕੰਮ ਹੈਗਾ ਵਾ, ਜਾਂ ਜਾਇਜ਼ ਤੋਂ ਹਿੱਸਾ ਵੀ ਬਣਦਾ ਵਾ, ਉਹਦੇ ਬਾਰੇ ਵੀ ਉਹਨਾਂ ਦੇ ਕਿੰਤੂ ਪਰੰਤੂ ਹੈਗੇ ਆ। ਅਸੀਂ ਜਿਹੜਾ ਸਾਡੇ ਕੋਲ ਕੋਈ ਕੋਲੇ ਦੀਆਂ ਖਾਣਾ ਨਹੀਂ ਹੈਗੀਆਂ। ਸਾਡੇ ਕੁਝ ਜਿਹੜੇ ਪਾਵਰ ਹਾਊਸ ਆ, ਜਿੱਦਾਂ ਬਠਿੰਡਾ ਅਸੀਂ ਡਿਮੋਲਿਸ਼ ਕਰਤਾ ਕਿਉਂਕਿ ਬਹੁਤ ਪੁਰਾਣਾ ਹੋ ਗਿਆ ਸੀ, ਬਹੁਤ ਮਹਿੰਗਾ ਹੋ ਗਿਆ ਸੀਗਾ। ਮੈਨੂੰ ਲੱਗਦਾ ਕਿ ਇਹਦੇ ਨਾਲ ਇਹ ਗੱਲ ਵੀ ਕਰਨ, ਇਹਦੇ ਨਾਲ ਆਲਟਰਨ ਸੋਰਸ ਆਫ એનર્ਜੀ ਜਿਹੜੇ ਖਾਸ ਕਰਕੇ ਜੇ ਸੋਲਰ ਦੀ ਗੱਲ ਕਰਦੀ ਉਹ ਹੋ ਸਕਦੀ ਪੰਜਾਬ ਦੇ ਵਿੱਚ, ਉਹਨੂੰ ਕੀਤਾ ਜਾ ਸਕਦਾ, ਜਾਂ ਹੋਰ ਜੋ ਵੀ ਸੋਰਸਸ ਹੈਗੇ ਆ, ਜਾਂ ਕਿਸੇ ਤਰੀਕੇ ਦੇ ਨਾਲ ਆਪਣਾ ਕੋਈ ਕੈਪਟਿਵ ਮਾਈਨਸ ਲੈ ਕੇ ਛੱਤੀਸਗੜ੍ਹ 'ਚ ਹੋ ਸਕਦੀਆਂ ਵਾ, ਝਾਰਖੰਡ 'ਚ ਹੋ ਸਕਦੀਆਂ ਵਾ, ਜਾਂ ਮੱਧ ਪ੍ਰਦੇਸ਼ ਦੇ ਵਿੱਚ, ਜਿੱਥੇ ਵੀ ਕੋਲਾ ਮਿਲਦਾ ਵਾ, ਆਪਣੀ ਉੱਥੇ ਕੈਪਟਿਵ ਮਾਈਨ ਲੈ ਕੇ ਕੋਈ ਨਾ ਕੋਈ ਆਲਟਰਨੇਟਿਵ ਸੋਰਸ ਆਫ એનર્ਜੀ ਚਾਹੀਦਾ। ਅੱਜ ਲੋਕੀ ਕੱਟਾਂ ਤੋਂ ਦੁਖੀ ਆ, ਜੇ ਕੱਲ ਨੂੰ ਜਿਹੜਾ ਹੈਗਾ ਬਿਜਲੀ ਬਿਲਕੁਲ ਨਾ ਆਵੇ ਤੇ ਫਿਰ ਲੋਕਾਂ ਨੇ ਦੂਸਰੇ ਪਾਸੇ ਸ਼ੁਰੂ ਹੋ ਜਾਣਾ ਵਾ। ਇਹ ਗੱਲ ਠੀਕ ਆ ਕਿ ਪੰਜਾਬ ਦਾ ਤਾਣਾ ਬਾਣਾ ਬਹੁਤ ਨਾਜ਼ੁਕ ਹੈ। ਸਿਰਫ ਧਰਨੇ ਕਿਸਾਨਾਂ ਦੇ ਤੌਰ ਤੇ ਨਹੀਂ ਹੈ ਜਾਂ ਵਪਾਰੀਆਂ ਦੇ ਤੌਰ ਤੇ ਨਹੀਂ ਹੈ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਸਰਕਾਰ ਜਿਹੜੀ ਸੀ ਨਾ, ਉਹ ਸਿਰਫ ਬੋਲੀ ਤੇ ਭਾਸ਼ਾ ਹੀ, ਜਾਂ ਤਾਂ ਜਿੰਨਾ ਚਿਰ ਸੜਕ ਤੇ ਨਹੀਂ ਕੋਈ ਆਉਂਦਾ ਉਹਨਾਂ ਚਿਰ ਨਹੀਂ ਸੀ ਸਮਝਦੀ, ਜਾਂ ਜਿੰਨਾ ਚਿਰ ਕੋਈ ਵਾਇਲੈਂਸ ਨਹੀਂ ਸੀ ਉਦੋਂ ਨਹੀਂ ਸਮਝਦੀ। ਇਹ ਸਾਡੀ ਸਟੇਟ ਇੰਨੀ ਬਸ਼ਰਮ ਹੋ ਚੁੱਕੀ ਸੀਗੀ ਕਿ ਨਾਰਮਲ ਭਾਸ਼ਾ ਇਹਨਾਂ ਨੂੰ ਜਿਹੜੀ ਉਹ ਸਮਝ ਨਹੀਂ ਸੀ ਆਉਂਦੀ। ਤੁਸੀਂ ਜਿੰਨਾ ਮਰਜ਼ੀ ਪ੍ਰੋਟੈਸਟ ਕਰਦੇ ਰਹੋ, ਜਿੰਨਾ ਮਰਜ਼ੀ ਤੁਸੀਂ ਜਿਹੜਾ ਹੈਗਾ ਟੈਂਕੀਆਂ 'ਤੇ ਚੜ੍ਹਦੇ ਫਿਰ, ਉਹਨਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ ਹੁੰਦਾ। ਵਿਗਾੜਾ ਪਿਆ। ਸਭ ਨੂੰ ਪਤਾ ਵੀ ਜਿੰਨਾ ਚਿਰ ਅਸੀਂ ਡੰਡਾ ਨਹੀਂ ਦਿੰਦੇ, ਜਿੰਨਾ ਚਿਰ ਅਸੀਂ ਰੌਲਾ ਨਹੀਂ ਪਾਉਂਦੇ, ਸੜਕਾਂ 'ਤੇ ਨਹੀਂ ਆਉਂਦੇ, ਜਾਂ ਅਸੀਂ ਫੈਕਟਰੀਆਂ ਬੰਦ ਨਹੀਂ ਕਰਦੇ, ਜਾਂ ਹੋਰ ਕੁਝ ਨਹੀਂ ਕਰਦੇ, ਕਹਿਣ ਤੋਂ ਭਾਵ ਹੈ ਕਿ ਸਾਡਾ ਸਿਸਟਮ ਹੈ ਇਹ ਗਵਰਨੈਂਸ ਦੇ ਪਾਸੇ ਕੋਈ ਡਿਸਫੰਕਸ਼ਨਲ ਤਾਂ ਨਹੀਂ ਕਹਿ ਸਕਦਾ, ਪਰ ਉਹ 'ਚ ਮਿਸ ਗਵਰਨੈਂਸ ਜ਼ਰੂਰ ਸੀਗੀ। ਔਰ ਕਾਫੀ ਹੱਦ ਤੱਕ ਇਹ ਜਿਹੜਾ ਨਿਜ਼ਾਮ ਜਿਹੜਾ ਸੀ, ਜੇ ਹੁਣ ਨੇੜਿਓਂ ਜਾ ਕੇ ਦੇਖਿਆ ਜਾਂਦਾ ਤਾਂ ਉਹ ਲੱਗਦਾ ਵੀ ਇੱਥੇ ਪਰਵਾਹ ਹੀ ਕਿਸੇ ਨੂੰ ਨਹੀਂ ਸੀਗੀ, ਸਿਰਫ ਆਪਣੇ ਬਾਰੇ ਪਰਵਾਹ ਸੀ ਜਾਂ ਆਪਣੇ ਆਲੇ ਦੁਆਲੇ ਪਰਵਾਹ ਸੀਗੀ। ਤਾਂ ਸਾਰਾ ਜਿਹੜਾ ਸਿਸਟਮ ਇਹਨਾਂ ਉਸ ਹਿਸਾਬ ਨਾਲ ਜਿਵੇਂ ਕਹਿ ਦਵੇਂ ਗਲ ਸੜ ਗਿਆ, ਜਾਂ ਬਿਲਕੁਲ ਉਹਨਾਂ ਕੀ ਚੱਲਦਾ ਸੀ ਜਿੰਨਾ ਤੁਹਾਨੂੰ ਵੀ ਲੋੜ ਸੀਗੀ,
ਬਿਊਰੋਕ੍ਰੇਸੀ ਨੂੰ ਲੋੜ ਸੀਗੀ, ਪੋਲੀਟੀਕਲ ਪਾਰਟੀਆਂ ਨੂੰ ਲੋੜ ਸੀਗੀ, ਡੈਮੋਕ੍ਰੇਸੀ ਨੂੰ ਲੋੜ ਸੀ, ਉਹਨਾਂ ਕੁ ਚਲੀ ਜਾਂਦਾ ਸੀਗਾ। ਔਰ ਉਹਦੇ ਵਿੱਚ ਲੋਕਾਂ ਨੂੰ ਸਵਾਏ ਇਸ ਕਿਸਮ ਦੇ ਹਥਿਆਰ, ਚਾਹੇ ਧਰਨੇ ਸੀ, ਡੈਮੋਸਟ੍ਰੇਸ਼ਨ ਸੀ, ਚਾਹੇ ਘਰਾਓ ਸੀਗੇ, ਉਹ ਤੋਂ ਬਿਨਾਂ ਜਿਹੜਾ ਕੋਈ ਹੱਲ ਹੀ ਸੀ ਨਿਕਲਦਾ। ਤਾਂ ਸਾਡੇ ਵਿੱਚ ਬਹੁਤ ਅਜੇ ਮੈਨੂੰ ਲੱਗਦਾ ਵੀ ਬਹੁਤ ਹੀ ਜਿਹੜਾ ਸਾਰੇ ਪਾਸੇ ਦੇ ਵਿੱਚ ਸੋਚ ਵਿਚਾਰਨ ਵਾਲੀ ਗੱਲ ਆ। ਇਸੇ ਕਰਕੇ ਮੈਂ ਬਾਰ-ਬਾਰ ਕਹਿਣਾ ਵੀ ਇਸ ਸਰਕਾਰ ਨੂੰ ਲਗਾਤਾਰ ਜਿਹੜੇ ਸਟੇਕ ਹੋਲਡਰਸ ਆ, ਚਾਹੇ ਉਹ ਅਨਪਲਾਇਡ ਹੈਗੇ ਆ, ਚਾਹੇ ਉਹ ਕਿਸਾਨ ਹੈਗੇ ਆ, ਕਿਸਾਨਾਂ ਨੂੰ ਇੰਗੇਜ ਕਰ ਰਹੇ ਆ। ਖਾਸ ਕਰਕੇ ਇਹਨਾਂ ਨੇ ਜਿਹੜੀ ਸਿੱਧੀ ਬਿਜਾਈ ਵਾਸਤੇ ਉਹਨਾਂ ਨੂੰ ਇੰਗੇਜ ਕੀਤਾ ਵਾ। ਪਰ ਮੈਨੂੰ ਇਹ ਵੀ ਲੱਗਦਾ ਵੀ ਜੇ ਕਿਸਾਨ ਇਹੀ ਗੱਲ ਕਹੀ ਜਾਣ, ਭਾਵੇਂ ਮੈਂ ਵੀ ਕਿਸਾਨ ਆ, ਵੀ ਸਾਨੂੰ ਇੰਨੇ ਪੈਸੇ 10,000 ਰੁਪਇਆ ਚਾਹੀਦਾ, ਪੈਸੇ ਆਉਣੇ ਕਿੱਥੋਂ? ਇਹ ਬਿਟਰਨੈਸ ਵੀ ਪੈਦਾ ਹੋਊਗੀ, ਕਿਉਂਕਿ ਨੌਨ ਕਿਸਾਨੀ ਜਿਹੜਾ ਤਬਕਾ ਹੈਗਾ, ਕਿਸਾਨ ਜਿਹੜੇ ਹੈਗੇ ਠੀਕ ਆ, ਉਹਨਾਂ ਦੀ ਜਿੰਨੀ 22, 23, 25% ਵੋਟ ਹੈਗੀ ਆ, ਸਰਕਾਰਾਂ ਵੋਟਾਂ ਦੇ ਨਾਲ ਬਣਦੀਆਂ। ਮੈਂ ਬਹੁਤ ਸਿੱਧੇ ਤੌਰ ਤੇ ਗੱਲ ਕਹਿਣੀ ਚਾਹੁੰਦਾ, ਜਿਹੜੇ ਦੂਸਰਾ ਤਬਕਾ ਹੈ, ਜੇ ਦਲਿਤ ਭਾਈਚਾਰਾ ਹੈ, ਜਿਹੜੀ ਸ਼ਹਿਰੀਵਾਦੀ ਹੈ, ਜੇ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਆ ਗਈ ਵੀ ਇਹ ਸਰਕਾਰ ਤਾਂ ਸਿਰਫ ਕਿਸਾਨਾਂ ਦੀ ਸੋਚਦੀ ਆ, ਤੇ ਮੈਨੂੰ ਲੱਗਦਾ ਵੀ ਉਹ ਜਿਹੜਾ ਬੈਲੈਂਸ ਹੋਣਾ ਚਾਹੀਦਾ, ਜਿਹੜਾ ਡੈਲੀਕੇਟ ਹੈਗਾ, ਉਹਨੂੰ ਮੇਨਟੇਨ ਕਰਨਾ ਜਿਹੜਾ ਹੈਗਾ ਬਹੁਤ ਮੁਸ਼ਕਲ ਹੋ ਜਾਊਗਾ। ਤਾਂ ਸਾਰੇ ਸਟੇਕ ਹੋਲਡਰ ਨੂੰ ਜਿਹੜੀਆਂ ਸਾਰੀਆਂ ਗੱਲਾਂ ਸਾਹਮਣੇ ਰੱਖਣੀਆਂ ਚਾਹੀਦੀਆਂ। ਇਸੇ ਲਈ ਆਪਾਂ ਪਹਿਲਾਂ ਮੈਂ ਕਿਹਾ ਸੀਗਾ, ਇਹਨਾਂ ਨੂੰ ਵਾਈਟ ਪੇਪਰ ਕੱਢ ਦੇਣਾ ਚਾਹੀਦਾ, ਇਹਨਾਂ ਨੂੰ ਸੰਵਾਦ ਕਰ ਦੇਣਾ ਚਾਹੀਦਾ, ਕਿਸਾਨਾਂ ਨੂੰ ਦੱਸ ਦੇਣਾ ਚਾਹੀਦਾ ਕਿ ਸਾਡੇ ਆਹ ਸਾਧਨ ਹੈਗੇ ਆ, ਆਹ ਸਾਡੇ ਕੋਲ ਬਿਜਲੀ ਆ, ਆਹ ਬਿਜਲੀ ਦੇ ਸਾਨੂੰ ਰੇਟ ਨਾ ਪੈ ਰਹੀ ਆ। ਵਪਾਰੀਆਂ ਨੂੰ ਵੀ ਦੱਸ ਦੇਣਾ ਚਾਹੀਦਾ, ਜਾਂ ਜਿਹੜੇ ਹੋਰ ਸਟੇਕ ਹੋਲਡਰ ਅਨਇੰਪਲਾਇਡ ਆ ਉਹਨਾਂ ਨੂੰ ਵੀ ਦੱਸਣ ਦੀ ਲੋੜ ਹੈਗੀ ਆ, ਜਾਂ ਜਿਹੜੇ ਵੀ ਲੋਕ ਹੈਗੇ ਜਿਹੜੇ ਇਸ ਸਮਾਜ ਦਾ ਹਿੱਸਾ ਹੈ, ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਉੱਤੇ ਉਹਨਾਂ ਦੇ ਨਾਲ ਸੰਵਾਦ, ਜਾਂ ਉਹਨਾਂ ਦੇ ਮਸਲਿਆਂ ਬਾਰੇ ਕੋਈ ਨਾ ਕੋਈ ਗੱਲਬਾਤ, ਜਾਂ ਉਹਦੇ ਉੱਤੇ ਕੋਈ ਨਾ ਕੋਈ ਕਮੇਟੀ, ਜਿਨ੍ਹਾਂ ਚੋਂ ਉਹਨਾਂ ਦੇ ਬੰਦੇ ਵੀ ਤੁਸੀਂ ਨਾਲ ਲੈ ਲਓ, ਤਾਂ ਕਿ ਗੱਲਬਾਤ ਚੋਂ ਕੋਈ ਜਿਹੜਾ ਹੈ ਪੀਸਫੁਲ ਹੱਲ ਨਿਕਲਣ। ਇਹ ਸਰਕਾਰ ਠੀਕ ਠਾਕ ਚੱਲਦੀ ਰਹੇ, ਇਹ ਸਰਕਾਰ ਆਪਣਾ ਕੰਮ ਜਿਹੜਾ ਉਹ ਕਰਦੀ ਰਹੇ। ਜੇ ਸਰਕਾਰ ਗਵਰਨੈਂਸ ਤੋਂ ਹਟ ਕੇ, ਜਾਂ ਜਿਹੜੇ ਮੁੱਦਿਆਂ ਨੂੰ ਲੈ ਕੇ ਲੋਕਾਂ ਨੇ ਇਸ ਸਰਕਾਰ ਨੂੰ ਚੁਣਿਆ ਹੈ, ਇਹ ਉਸ ਪਾਸੇ ਤੋਂ ਲਾਂਭੇ ਹੋ ਗਏ। ਤੁਹਾਡੇ ਪਿਛਲੇ ਦਿਨਾਂ 'ਚ ਬਹੁਤ ਅਨਫਾਰਚੂਨੇਟ ਇੰਸੀਡੈਂਟ ਹੋਇਆ ਪਟਿਆਲੇ ਦੇ ਵਿੱਚ, ਸਾਰੀ ਗਵਰਨੈਂਸ ਖਤਮ ਹੋ ਜਾਂਦੀ ਆ, ਲੋਕਾਂ ਦੇ ਸਾਰੇ ਮੁੱਦੇ ਜਿਹੜੇ ਆ ਬਾਹਰ ਹੋ ਜਾਂਦੇ। ਜਦੋਂ ਲਾਅ ਐਂਡ ਆਰਡਰ ਆ ਜਾਂਦਾ ਵਾ, ਜਿਹੜੇ ਉਹਨਾਂ ਦੇ ਅਨਪਲਾਇਮੈਂਟ ਦਾ ਮੁੱਦਾ ਹੁੰਦਾ, ਡਿਵੈਲਪਮੈਂਟ ਦਾ ਮੁੱਦਾ ਹੁੰਦਾ, ਕਰਪਸ਼ਨ ਦਾ ਮੁੱਦਾ ਹੁੰਦਾ ਵਾ, ਜਾਂ ਹੋਰ ਸਹੂਲਤਾਂ ਦੇ ਮੁੱਦੇ ਹੁੰਦੇ ਆ, ਉਹ ਲਾਂਭੇ ਛੱਡ ਕੇ ਪੰਜਾਬ ਨੇ ਇਸੇ ਕਰਕੇ ਹੀ ਬਹੁਤ ਵੱਡਾ ਸੰਤਾਪ 15 ਸਾਲ ਭੋਗਿਆ ਸੀਗਾ, ਕਿ ਉਦੋਂ ਕੇਂਦਰੀ ਸਰਕਾਰ ਦਾ ਤੇ ਰਾਜ ਸਰਕਾਰ ਦਾ ਇੱਕੋ ਏਜੰਡਾ ਰਹਿ ਗਿਆ ਸੀਗਾ ਕਿ ਦੇਸ਼ ਦੀ ਜਿਹੜੀ ਪੰਜਾਬ ਦੀ ਇੰਟੈਗ੍ਰਿਟੀ ਹੈਗੀ ਆ, ਦੇਸ਼ ਦੀ ਇੰਟੈਗ੍ਰਿਟੀ ਹੈਗੀ ਆ, ਸਿਕਿਉਰਿਟੀ ਆ, ਬਾਕੀ ਸਾਰੀਆਂ ਚੀਜ਼ਾਂ ਬੰਨੇ ਧੱਕਦੀਆਂ ਸੀ, ਜਿਹਦਾ ਖਮਿਆਜਾ ਅਸੀਂ ਅੱਜ ਤੱਕ ਭੁਗਤ ਰਹੇ ਹਾਂ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈਗਾ ਕਿ ਸਾਰੇ ਸਟੇਕ ਹੋਲਡਰ ਦੀ ਵੀ ਇਹ ਜਿਹੜੀ ਆ, ਮੈਂ ਕੋਈ ਆਮ ਆਦਮੀ ਪਾਰਟੀ ਦੀ ਜਿਹੜੀ ਹੈਗੀ ਕੋਈ ਸਪੋਕਸ ਪਰਸਨ ਦੇ ਤੌਰ ਤੇ ਨਹੀਂ ਕਹਿ ਰਿਹਾ, ਮੈਂ ਬਹੁਤ ਆਬਜੈਕਟਿਵਲੀ ਕਹਿ ਰਿਹਾ ਹਾਂ, ਸਾਰਿਆਂ ਨੂੰ ਸੋਚਣ ਦੀ ਲੋੜ ਆ। ਕਿਉਂਕਿ ਜਿਸ ਤਰੀਕੇ ਨਾਲ ਲੋਕਾਂ ਨੇ ਇਹਨਾਂ ਨੂੰ ਮੈਂਡੇਟ ਦਿੱਤਾ ਵਾ, ਉਹ ਚਾਹਣਗੇ ਸਰਕਾਰ 5 ਸਾਲ ਪੂਰੇ ਕਰੇ, ਉਹ ਚਾਹਣਗੇ ਕਿ ਜਿਹੜੀਆਂ ਆਸਾਵਾਂ ਤੇ ਇਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੇ ਜਾਂ ਇਹਨਾਂ ਨੇ ਵਾਅਦੇ ਕੀਤੇ ਆ, ਤੇ ਉਹਦੇ ਵਿੱਚ ਉਹ ਵਾਅਦੇ ਜਿਹੜੇ ਆ ਪੂਰੇ ਕਰ ਸਕਣ। ਇੱਕੋ ਸਾਹਿਬ, ਇੱਕ ਜਦੋਂ ਗੱਲ ਖੁਦਕੁਸ਼ੀਆਂ ਦੀ ਆਉਂਦੀ ਹੈ, ਕਿਸਾਨਾਂ ਦੀ, ਮਜ਼ਦੂਰਾਂ ਦੀ, ਦਿਹਾੜੀਦਾਰ ਜਾਂ ਦੁਕਾਨਦਾਰ ਜਾਂ ਆਮ ਬੰਦਾ ਜਿਹੜਾ ਵਿਆਹ ਵਰਿਆ, ਉਹ ਵੀ ਕਿਤੇ ਆਰਥਿਕ ਮਸਲਿਆਂ ਨੂੰ ਲੈ ਕੇ ਕਿਤੇ ਨਾ ਕਿਤੇ ਇਸ ਪਾਸੇ ਵੱਲ ਨੂੰ ਤੁਰ ਪੈਂਦਾ। ਪਰ ਕੀ ਸਰਕਾਰ ਨੇ, ਜਿਵੇਂ ਹੁਣ ਨੌਕਰੀਆਂ ਕੱਢ ਦਿੱਤੀਆਂ, ਨੌਕਰੀਆਂ ਤਾਂ ਉਹੀ ਕਰ ਸਕਦੇ ਨੇ ਜਿਹੜੇ ਇਹਦੇ ਕਾਬਿਲ ਨੇ, ਤੇ ਜਿਹੜੇ ਨੌਕਰੀਆਂ ਨਹੀਂ ਕਰ ਸਕਦੇ, ਜਿਹੜੇ ਪੜ੍ਹੇ ਲਿਖੇ ਨਹੀਂ ਹੈਗੇ, ਜਿਹੜੇ ਅਨਪੜ੍ਹ ਨੇ, ਜਾਂ ਜਿਨ੍ਹਾਂ ਨੂੰ ਨੌਕਰੀ ਉਮਰ ਲੰਘ ਚੁੱਕੀ ਹੈ, ਉਹਨਾਂ ਲਈ ਰੁਜ਼ਗਾਰ ਦਾ ਸਾਧਨ ਨਹੀਂ ਪੈਦਾ ਕਰਨਾ ਚਾਹੀਦਾ ਕਿ ਉਹ ਇਸ ਪਾਸੇ ਵੱਲ ਨਾ ਤੁਰਨ? ਉਹਨਾਂ ਦੇ ਰੁਜ਼ਗਾਰ ਦੀ ਵੀ ਗਰੰਟੀ ਹੋਣੀ ਚਾਹੀਦੀ ਹੈ। ਲੱਗਦਾ ਹੈ ਕਿ ਇਹ ਬੜਾ ਟੇਢਾ ਤੇ ਬੜਾ ਕੰਪਲੈਕਸ ਸਵਾਲ ਆ। ਸਾਡਾ ਜਿਹੜਾ ਸਾਰੇ ਦੇਸ਼ ਦੇ ਵਿੱਚ ਹੀ ਜਾਂ ਪੰਜਾਬ ਦੇ ਵਿੱਚ ਸਾਡੇ ਗਰੋਥ ਹੋਈ ਆ, ਚੀਜ਼ਾਂ ਵਧੀਆਂ, ਸਭ ਕੁਝ ਹੋਇਆ, ਡਿਵੈਲਪਮੈਂਟ ਨਹੀਂ ਹੋਈ, ਮਨੁੱਖੀ ਵਿਕਾਸ ਨਹੀਂ ਹੋਇਆ, ਔਰ ਨਾ ਕਿਸੇ ਨੇ ਮਨੁੱਖੀ ਵਿਕਾਸ ਵਾਸਤੇ ਬਹੁਤਾ ਜ਼ਿਆਦਾ ਜਿਹੜਾ ਜ਼ੋਰ ਦਿੱਤਾ ਹੈ। ਦੋ ਚੀਜ਼ਾਂ ਵੱਖਰੀਆਂ ਵੱਖਰੀਆਂ ਹਨ। ਮਨੁੱਖੀ ਵਿਕਾਸ ਦਾ ਇੱਕ ਮਕਸਦ ਇਹ ਹੁੰਦਾ ਵੀ ਲੋਕੀ ਸਿਆਣੇ ਕਿੱਦਾਂ ਬਣ ਸਕਦੇ ਆ, ਕੈਪੇਬਲ ਕਿੱਦਾਂ ਹੋ ਸਕਦੇ ਆ, ਉਹਦੀ ਕਪੈਸਿਟੀ ਕਿੱਦਾਂ ਵਧਾ ਸਕਦੇ ਆ, ਉਹ ਆਪਣੀ ਐਕਸਪੈਕਟੇਸ਼ਨ ਤੇ ਕਪੈਸਿਟੀ ਨੂੰ ਕਿੱਦਾਂ ਉਹਦੇ ਵਿੱਚ ਜਿਹੜਾ ਮਿਸਮੈਚ ਨਾ ਹੋਣ ਦੇਣ, ਇਹ ਸਾਰਾ ਕੁਝ ਹੈਗਾ। ਤੋ ਇਹ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਸ਼ ਦੇ ਵਿੱਚ ਵੀ ਇਦਾਂ ਹੋਇਆ, ਕਿਉਂਕਿ ਪੰਜਾਬ ਨੇ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਇੱਕ ਬਹੁਤ ਹੀ, ਜਿਹਨੂੰ ਕਹਿੰਦੇ ਆ ਨਾ, ਬਹੁਤ ਉਸ ਸਮਾਂ ਦੇਖਿਆ ਸੀ ਜਿਹਦੇ ਵਿੱਚ ਸਾਡੀ ਲਾਈਫ ਕਾਫੀ ਸਿੰਪਲ ਹੋ ਗਈ ਸੀ, ਬਹੁਤ ਜ਼ਿਆਦਾ ਜਿਹੜੀ ਸਾਡੇ ਕੋਲ ਕੰਫਰਟ ਵੀ ਆ ਗਏ ਸੀ, ਸਾਡੀ ਲਿਵਿੰਗ ਕੰਡੀਸ਼ਨ ਦੂਸਰਿਆਂ ਦੇਸ਼ ਦੇ ਦੂਸਰੇ ਕਿਸਾਨਾਂ ਨਾਲੋਂ ਬਹੁਤ ਅੱਗੇ ਹੋ ਗਈ ਸੀ। ਮੁੜ ਕੇ ਖੇਤੀ 'ਚ ਡਿਕਲਾਈਨ ਹੋ ਗਿਆ, ਖੇਤੀ ਇੱਕ ਲੈਵਲ ਤੋਂ ਜਾ ਕੇ ਸੈਕੰਡ ਸਟੇਜ ਨਹੀਂ ਲੈ ਸਕੀ, ਸੈਕੰਡ ਗ੍ਰੀਨ ਰੈਵੋਲੂਸ਼ਨ ਨਹੀਂ ਆਇਆ, ਐਗਰੀਕਲਚਰ ਦੀ ਡਿਵਰਸੀਫਿਕੇਸ਼ਨ ਨਹੀਂ ਹੋਈ, ਬਾਰਡਰ ਸਟੇਟ ਸੀਗਾ, ਇੰਡਸਟਰੀ ਇੱਥੇ ਨਹੀਂ ਆਈ, ਅੱਤਵਾਦ ਰਿਹਾ, ਉਹਨੇ ਸਾਡੀ ਐਜੂਕੇਸ਼ਨ ਹੈਲਥ ਨੂੰ ਤਬਾਹ ਕਰ ਦਿੱਤਾ। ਉਸ ਤੋਂ ਬਾਅਦ ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਆ ਗਈ। ਉਸ ਤੋਂ ਬਾਅਦ 30 ਸਾਲ ਉਹ ਸਰਕਾਰਾਂ ਰਹੀਆਂ ਜਿਨ੍ਹਾਂ ਸਰਕਾਰਾਂ
ਨੇ ਮੈਨੂੰ ਕੀ ਤੈਨੂੰ ਕੀ ਤੇ ਸਾਨੂੰ ਕੀ ਦਾ ਵਰਤਾਰਾ ਪੈਦਾ ਕੀਤਾ। ਉਹ ਸਮਾਜ 'ਚ ਪੈਦਾ ਕੀਤਾ, ਉਹ ਬਿਊਰੋਕ੍ਰੇਸੀ 'ਚ ਪੈਦਾ ਕੀਤਾ, ਉਹ ਪੋਲੀਟੀਕਲ ਕਲਾਸ 'ਚ ਪੈਦਾ ਕੀਤਾ, ਸਾਰੇ ਪਾਸੇ ਕੀਤਾ, ਸਾਨੂੰ ਅਸਹਾਏ ਕਰ ਦਿੱਤਾ। ਸਾਡਾ ਜਿਹੜਾ ਕਮਿਊਨਿਟੀ ਜਿਹੜਾ ਸਟਰਕਚਰ ਸੀਗਾ ਉਹ ਵੀਕਨ ਹੋਇਆ। ਮਾਈਗ੍ਰੇਸ਼ਨ ਹੋ ਗਈ ਅੱਤਵਾਦ ਵੇਲੇ ਜਾਂ ਗ੍ਰੀਨ ਰੈਵੋਲੂਸ਼ਨ ਵੇਲੇ ਖਾਂਦੇ ਪੀਂਦੇ ਲੋਕ ਪਿੰਡਾਂ 'ਚ ਉੱਠ ਕੇ ਸ਼ਹਿਰਾਂ 'ਚ ਆ ਗਏ। ਰਹਿੰਦੀ ਖੂੰਹਦੀ ਕਸਰ ਜਿਹੜੀ ਆ ਟੈਰਰਿਜ਼ਮ ਨੇ ਪੂਰੀ ਕਰ ਦਿੱਤੀ। ਉਸ ਤੋਂ ਬਾਅਦ ਜਿਹੜੀ ਲਾਅਲੈਸਨੈਸ ਆਈ ਉਹਨੇ ਪੂਰੀ ਕਰ ਦਿੱਤੀ। ਉਸ ਤੋਂ ਬਾਅਦ ਜਿਹੜਾ ਪੋਲੀਟੀਕਲ ਢਾਂਚਾ ਆਇਆ ਵਾ, ਖਾਸ ਕਰਕੇ ਜਿਹੜਾ ਅਕਾਲੀਆਂ ਦਾ 10 ਸਾਲ ਦਾ ਸਮਾਂ ਸੀਗਾ, ਉਹ ਜਿਹੜੇ ਸੀ ਬੰਦੇ ਕਿਤੇ ਇੱਜ਼ਤ ਬਚਾ ਕੇ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਆ ਜਾਓ। ਰੈਜ਼ੀਡਿਊ ਪਾਪੂਲੇਸ਼ਨ ਰਹਿ ਗਈ, ਬਚੀ ਖੁਚੀ ਪਾਪੂਲੇਸ਼ਨ। ਵੱਡੀ ਜਿਹੜੀ ਗਿਣਤੀ ਸਾਡੀ ਪਿੰਡਾਂ ਦੇ ਵਿੱਚ 2/3 ਆਬਾਦੀ ਆ, ਉਹਦੇ 'ਚੋਂ ਵੱਡੀ ਗਿਣਤੀ ਜਿਹੜੀ ਆ ਉਹ ਰੈਜ਼ੀਡਿਊ ਪਾਪੂਲੇਸ਼ਨ। ਜਿਹੜੇ ਲੈਂਡਲੋਰਡ ਕਹਾਉਂਦੇ ਆ ਉਹ ਜਿਹੜੇ ਹੈਗੇ ਆ ਨਾ ਐਬਸੈਂਟੀ ਲੈਂਡਲੋਰਡਸ ਆ, ਸ਼ਹਿਰਾਂ 'ਚ ਬੈਠੇ ਆ, ਖੇਤੀ ਕਰਨੀ ਬਹੁਤ ਸੌਖੀ ਹੋ ਗਈ ਅੱਜ ਕੱਲ੍ਹ, ਉਹ ਉੱਥੇ ਬੈਠੇ ਆ, ਸਹਾਰਾ ਨਹੀਂ ਹੈ। ਪਰਿਵਾਰਕ ਜਿਹੜਾ ਸਾਰਾ ਵਰਤਾਰਾ ਇਦਾਂ ਦਾ ਹੋ ਗਿਆ, ਫੈਮਿਲੀ ਸਟਰਕਚਰ ਇਦਾਂ ਦੇ ਹੋ ਗਏ। ਮੈਂ ਨਹੀਂ ਕਹਿੰਦਾ ਵੀ ਜੁਆਇੰਟ ਫੈਮਲੀਆਂ ਬਹੁਤ ਵਧੀਆ ਸੀਗੀਆਂ, ਪਰ ਜੁਆਇੰਟ ਫੈਮਲੀ ਤੋਂ ਨਿਊਕਲੀਅਰ ਫੈਮਲੀ ਵਾਲੇ ਪਾਸੇ ਆਲਰੇਡੀ ਉਹ ਇੰਡੀਵਿਜੂਅਲ ਜਿਹੜਾ ਨਿਊਕਲੀਅਰ ਫੈਮਲੀ ਦਾ ਹੈਡ ਸੀ ਉਹ ਆਟੋਨਮਸ ਹੋਣਾ ਚਾਹੀਦਾ, ਇੰਡੀਪੈਂਡੈਂਟ ਹੋਣਾ ਚਾਹੀਦਾ ਸੀ, ਕੰਪੀਟੈਂਟ ਹੋਣਾ ਚਾਹੀਦਾ ਸੀ, ਕੈਪੇਬਲ ਹੋਣਾ ਚਾਹੀਦਾ, ਉਹਦੀ ਐਕਸੈਸ ਹੋਣੀ ਚਾਹੀਦੀ ਸੀਗੀ ਰਿਸੋਰਸਿਸ ਨੂੰ, ਉਹਦੀ ਸੋਚ ਹੋਣੀ ਚਾਹੀਦੀ ਸੀ। ਜ਼ਮੀਨਾਂ ਘੱਟ ਗਈਆਂ, ਬਹੁਤ ਘੱਟ ਜ਼ਮੀਨ ਰਹਿ ਗਈ। ਅਜੇ ਵੀ ਅਸੀਂ ਜਾਤ ਪਾਤ ਦੇ ਨਾਲ ਜੁੜੇ ਆ। ਤੁਹਾਡਾ ਜਿਹੜਾ ਸੱਭਿਆਚਾਰਕ ਵਰਤਾਰਾ ਵਾ ਉਹ ਅਜੇ ਵੀ ਉਹਨੂੰ ਯੂਜ਼ਲਾਈਜ਼ ਕਰੀ ਜਾਂਦਾ ਵਾ। ਜਿੱਦਾਂ ਤੁਸੀਂ ਦੇਖੋ ਜੋ ਤੁਹਾਡਾ ਗਾਉਣ ਵਜਾਉਣ ਵਾਲਾ ਸਿਸਟਮ ਹੈਗਾ, ਕਿਸ ਤਰੀਕੇ ਨਾਲ ਮੈਨੂੰ ਤਾਂ ਕਈ ਵਾਰੀ ਆਉਂਦਾ ਹੁੰਦਾ ਵੀ ਇਹ ਜਿਹੜੇ ਸਾਡੇ ਵੀਰ ਗਾਉਂਦੇ ਹੈ, ਇਹ ਖਾਸ ਕਰਕੇ ਕਦੀ ਅਸਲੀਅਤ ਗੱਲ ਵੀ ਦੱਸ ਦਿਆ ਕਰਨ। ਕੁਝ ਦੱਸਦੇ ਆ, ਬਹੁਤੇ ਨਹੀਂ ਦੱਸਦੇ। ਅਜੇ ਵੀ ਉਸੇ ਇੱਜ਼ਤ ਨੂੰ ਨਾਲ ਲੈ ਕੇ ਤੁਰੇ ਫਿਰਦੇ ਆ, ਉਸੇ ਕਿਸਮ ਦੀਆਂ ਗੱਲਾਂ ਕਰਨ ਡਏ ਆ। ਉਹ ਕੀ ਰਿਹਾ ਕਿ ਇੰਡੀਵਿਜੂਅਲ ਜਿਹੜਾ ਇਕੱਲਾ ਹੋ ਗਿਆ, ਸਭ ਕੁਝ ਹੋਣ ਦੇ ਬਾਵਜੂਦ ਵੀ ਉਹ ਬੇਸਹਾਰਾ ਹੋ ਗਿਆ। ਹਾਂ ਠੀਕ ਆ, ਕਿਸਾਨ ਜਥੇਬੰਦੀਆਂ ਨੇ ਪਹਿਲੇ ਸਮੇਂ 'ਚ ਕੋਈ ਸਹਾਰਾ ਦਿੱਤਾ, ਪਰ ਹੁਣ ਦੇਖ ਰਹੇ ਆ ਵੀ ਉਹ ਕਿਸਾਨ ਜਥੇਬੰਦੀਆਂ ਦਾ ਸਹਾਰਾ ਵੀ ਥੋੜਾ ਟੈਂਪਰੇਰੀ ਹੋਇਆ। ਹੁਣ ਫਿਰ ਜਿਹੜਾ ਸੁਸਾਈਡ ਦਾ ਰੇਟ ਵੱਧ ਗਿਆ। ਸੁਸਾਈਡ ਕਿਉਂ ਹੋ ਰਿਹਾ? ਕਿ ਸਮਾਜਿਕ ਵਿਵਸਥਾ ਖਤਮ ਹੋ ਗਈ ਆ? ਕਿ ਉਹਨਾਂ ਦੀ ਕੋਈ ਬਾਂਹ ਫੜਨ ਵਾਲਾ ਨਹੀਂ ਆ? ਕਿ ਸਾਰੇ 2 ਕਿੱਲਿਆਂ 3 ਕਿੱਲਿਆਂ ਦੇ ਜ਼ਮੀਨ ਦੇ ਨਾਲ ਹੀ ਗੁਜ਼ਾਰਾ ਕਰਦੇ ਆ? ਕਿ ਹੋਰ ਲੋਕ ਇਹੋ ਜਿਹੇ ਨਹੀਂ ਹੈਗੇ ਕਿ ਜਿਹਨਾਂ ਕੋਲ ਜ਼ਮੀਨ ਨਹੀਂ ਵੀ ਹੈਗੇ ਤਾਂ ਵੀ ਗੁਜ਼ਾਰਾ ਕਰਦੇ ਆ? ਕੋਈ ਨਾ ਕੋਈ ਹੋਰ ਤਰੀਕਾ ਲੱਭਦੇ ਆ? ਇਹ ਆਪਣਾ ਸੁਖਵਿੰਦਰ ਜੀ ਬਹੁਤ ਵੱਡਾ ਸਵਾਲ ਆ। ਤਾਂਹੀਓ ਮੈਂ ਕਹਿੰਦਾ ਵੀ ਇਹ ਸਰਕਾਰ ਦੇ ਕੋਲ ਜਿਹੜਾ ਏਜੰਡਾ ਹੈਗਾ ਉਹ ਬਹੁਤ ਵੱਡਾ ਚੌੜਾ ਏਜੰਡਾ ਹੋਣਾ ਚਾਹੀਦਾ। ਇਹ ਲੋਕਾਂ ਦੇ ਮਸਲੇ ਆ। ਲੋਕ ਕਈ ਵਾਰੀ ਮਸਲੇ ਦੱਸ ਨਹੀਂ ਸਕਦੇ, ਪਰ ਮਸਲੇ ਵਿਜ਼ੀਬਲ ਹੁੰਦੇ ਆ। ਇਹਦੇ ਵਿੱਚ ਇਹਨਾਂ ਨੂੰ ਉਹ ਲੋਕਾਂ ਦੀ ਲੋੜ ਹੈਗੀ ਆ ਜਿਹੜੇ ਲੋਕਾਂ ਨਾਲ ਜੁੜੇ ਆ। ਇਹਦੇ ਵਿੱਚ ਇਹਨਾਂ ਨੂੰ ਮੈਂ ਫਿਰ ਵਾਰ-ਵਾਰ ਕਹਿੰਦਾ ਵੀ ਉਹਨਾਂ ਲੋਕਾਂ ਨੂੰ ਜਿਹੜੇ ਪੁਰਾਣੇ ਬੰਦੇ ਜਿਨ੍ਹਾਂ ਨੇ ਕੰਮ ਕੀਤਾ, ਸਮਾਜਿਕ ਵਿਵਸਥਾ ਨੂੰ ਸਮਝਦੇ ਆ, ਪਿੰਡ ਦੀ ਲਾਈਫ ਨੂੰ ਸਮਝਦੇ ਆ, ਭਾਈਚਾਰੇ ਨੂੰ ਸਮਝਦੇ ਆ। ਤੁਹਾਡੇ ਕੋਲ ਸੋਸ਼ੀਓਲੋਜਿਸਟ ਹੈਗੇ, ਜਿਹੜੇ ਲੋਕਾਂ ਦੇ ਸੋਸ਼ੀਓਲੋਜਿਸਟ ਹੈਗੇ ਆ, ਹੋਰ ਸਿਆਣੇ ਬੰਦੇ ਹੈਗੇ ਆ। ਉਹ ਭਾਈ ਨੂੰ ਵੇਖੋ, ਸੱਥਾਂ ਬਣਾਓ। ਆਉਣ ਵਾਲੇ ਸਮੇਂ ਦੇ ਵਿੱਚ ਕਰ ਸਕਦੇ ਆ ਪਿੰਡਾਂ ਦੀਆਂ ਪੰਚਾਇਤਾਂ ਜੇ ਧੜੇਬੰਦੀ ਖਤਮ ਕਰਨ। ਸਾਡੇ ਪਿੰਡਾਂ 'ਚੋਂ ਜੇ ਧੜੇਬੰਦੀ ਖਤਮ ਹੋ ਜਾਏ ਤਾਂ ਸਾਡੇ ਅੱਧੇ ਮਸਲੇ ਖਤਮ ਹੋ ਸਕਦੇ ਆ। ਸਾਡੇ ਪਿੰਡਾਂ ਦੇ ਵਿੱਚ ਥੋੜਾ ਬਹੁਤਾ ਕੋਆਪਰੇਟਿਵ ਜਿਹੜੀ ਐਗਰੀਕਲਚਰ ਨੂੰ ਥੋੜਾ ਬਹੁਤਾ ਸਰਕਾਰਾਂ ਦੇ ਸਕਦੀਆਂ, ਇਨਸੈਂਟਿਵ ਦੇ ਦੇਣ, ਬਹੁਤ ਕੁਝ ਹੋ ਸਕਦਾ। ਉਹ ਜਿਹੜੇ ਹੱਲ ਲੱਭਣ ਦੀ ਲੋੜ ਹੈਗੀ, ਕਾਉਂਸਲਿੰਗ ਕਰਨ ਦੀ ਲੋੜ ਹੈਗੀ। ਕਰਜ਼ਾ ਚੜ੍ਹ ਗਿਆ, ਕਈ ਕਾਰਨ ਕਰਜ਼ਾ ਚੜ੍ਹਦੇ, ਸਿਰਫ ਉਹ ਜਿਹੜੇ ਉਹ ਕਾਰਨ ਨਹੀਂ ਹੈਗੇ ਜਿਹੜੇ ਕਈ ਸਾਇੰਟਿਸਟ ਦੱਸ ਦਿੰਦੇ ਵੀ ਇਹ ਜੀ ਖਾਣ ਪੀਣ ਵਾਸਤੇ, ਹੋਰ ਬਹੁਤ ਸਾਰੇ ਕਾਰਨ ਬਿਮਾਰੀ ਦਾ ਕਾਰਨ ਹੈ। ਹੈਲਥ ਸਹੂਲਤਾਂ ਮਿਲ ਜਾਣਗੀਆਂ, ਚੰਗੀ ਵਿਦਿਆ ਦਿਓ। ਸਭ ਤੋਂ ਵਧੀਆ ਗੱਲ ਹੈ ਕਿ ਉਹ ਵਿਦਿਆ ਦਿਓ ਜਿਹੜੀ ਰੁਜ਼ਗਾਰ ਦੀ ਥਾਂ ਦੇ ਉੱਤੇ ਉਹਨਾਂ ਦੀ ਚੰਗੀ ਸੋਚ ਅੱਗੇ ਲੈ ਕੇ ਜਾਵੇ। ਜਿਹੜੇ ਉਹਨਾਂ ਨੂੰ ਭਿਖਾਰੀ ਵਜਾਉਣ ਦੀ ਬਜਾਏ ਜਿਹੜੇ ਹੈਗੇ ਆ ਉਹ ਸੋਚਣ ਵੀ ਅਸੀਂ ਕੁਝ ਕਰ ਸਕਦੇ ਹਾਂ, ਕੌਨਫੀਡੈਂਸ ਪੈਦਾ ਕਰਨ। ਸਾਡੇ ਅਸਹਾਏਪਣ ਬਹੁਤ ਹੋ ਗਿਆ, ਕੋਈ ਕਿਸੇ ਦੀ ਬਾਂਹ ਫੜਨ ਵਾਲਾ ਨਹੀਂ ਆ। ਮਾਰ ਧਾੜ ਵਾਲੀ ਗੱਲ ਹੈਗੀ ਆ। ਰਾਜਨੀਤੀ ਦਾ ਵਰਤਾਰਾ ਹੀ ਹੋ ਗਿਆ, ਜਿਹੜਾ ਲੰਘ ਗਿਆ, ਜਿਹੜਾ ਪਿੱਛੇ ਰਹਿ ਗਿਆ। ਜਿਹੜੇ ਇਕੱਠੇ ਤੁਰੇ ਫਿਰਦੇ, ਜਿਹੜਾ ਦੂਸਰੇ ਅੱਗੇ ਜਿਹਨੂੰ ਕੋਈ ਸਹਾਰਾ ਮਿਲ ਗਿਆ ਅੱਗੇ ਲੰਘ ਗਿਆ, ਦੂਸਰੇ ਤੁਰੇ ਫਿਰਦੇ ਰਹੇ। ਸੋ ਮੇਰਾ ਕਹਿਣ ਤੋਂ ਭਾਵ ਬਹੁਤ ਵੱਡੀ ਸੋਸ਼ਲ ਔਰ ਬਹੁਤ ਗੁੰਝਲਦਾਰ ਸਮੱਸਿਆ ਹੈ। ਇਹਨੂੰ ਸਮਝਣ ਵਾਸਤੇ ਸਮਾਜ ਦੀ ਸਰਕਾਰ ਨੂੰ ਲੋੜ ਹੈ, ਤੇ ਸਰਕਾਰ ਸਮਾਜ ਦੇ ਕੁਝ ਲੋਕਾਂ ਤੋਂ ਅਗਵਾਈ ਲੈ ਸਕਦੀ ਆ। ਜੇ ਇਹ ਕਿਉਂਕਿ ਇਹ ਦੌੜ ਦੇ ਵਿੱਚ ਹੈ, ਇਕੱਲਾ ਕੋਈ ਸਰਕਾਰ ਨਹੀਂ ਕਰ ਸਕਦੀ। ਨਾ ਇਹਨਾਂ ਕੋਲ ਟਾਈਮ ਹੈ, ਨਾ ਇਹਨਾਂ ਕੋਲ ਰਿਸੋਰਸਿਸ ਆ। ਤੇ ਮੈਂ ਵੀ ਗੱਲ ਕਹਿ ਸਕਦਾ ਵੀ ਨਾ ਇਹ ਜੇ ਕਲੇਮ ਕਰਦੇ ਸਾਡੇ ਕੋਲ ਵਿਜ਼ਡਮ ਆ, ਉਹ ਨਹੀਂ। ਨਾ ਕੋਈ ਬਣਿਆ ਬਣਾਇਆ ਮਾਡਲ ਪੰਜਾਬ ਦਾ ਸੁਧਾਰ ਕਰ ਸਕਦਾ ਵਾ। ਸਾਨੂੰ ਇਸ ਗਲਤ ਫਹਿਮੀ 'ਚ ਨਹੀਂ ਰਹਿਣਾ। ਲੋਕ ਹੁਣ ਉਸ ਚੁਰਾਹੇ ਤੇ ਖੜੇ ਆ ਕਿ ਜਿਹੜੇ ਕੋਈ ਪੱਕੇ ਕਿਸੇ ਦੇ ਨਾਲ ਜੁੜੇ ਨਹੀਂ ਹੈ, ਨਾ ਪਾਰਟੀ ਨਾਲ ਜੁੜੇ ਆ, ਨਾ ਲੀਡਰ ਨਾਲ ਜੁੜੇ ਆ। ਹਾਂ, ਉਹ ਜੁੜੇ ਹੋ ਸਕਦੇ ਉਸ ਵਿਅਕਤੀ ਦੀ ਸੋਚ ਦੇ ਨਾਲ ਜਿਹਨੂੰ ਇਹ ਸਮਝਦੇ ਆ ਕਿ ਇਹ ਵਿਅਕਤੀ ਸਾਡਾ ਆਉਣ ਵਾਲੇ ਸਮੇਂ 'ਚ ਭਲਾ ਕਰ ਸਕਦਾ ਹੈ। ਤਾਂ ਸਰਕਾਰ ਨੂੰ ਲੋਕਾਂ ਦੇ ਵਿੱਚ ਹੌਸਲਾ ਪੈਦਾ ਕਰਨਾ ਪਊਗਾ, ਵਿਸ਼ਵਾਸ ਪੈਦਾ ਕਰੂੰਗਾ। ਇਹ ਵਿਸ਼ਵਾਸ ਹੌਸਲਾ ਤਾਂ ਹੀ ਪੈਦਾ ਹੋਊਗਾ ਜੇ ਉਹਨਾਂ ਕੋਲ ਕੋਈ ਏਜੰਡਾ ਹੋਊਗਾ, ਔਰ ਉਹ ਏਜੰਡੇ ਦੇ ਵਿੱਚ ਜਿਹੜੇ ਲੋਕ ਹੈਗੇ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਆ, ਛੋਟੇ ਕਿਸਾਨ ਹੈ, ਜ਼ਿਮੀਂਦਾਰ ਹੈ, ਦੁਕਾਨਦਾਰ ਹੈ, ਬੇਰੁਜ਼ਗਾਰ ਹੈ, ਜਾਂ ਹੋਰ ਲੋਕ ਹੈ,
ਉਹ ਇਹ ਸੋਚਣ ਜਾਂ ਉਹ ਦਿਲੋਂ ਸੋਚਣ ਕਿ ਅਸੀਂ ਇਹਦੇ ਸਟੇਕ ਹੋਲਡਰ ਹਾਂ। ਉਹਨਾਂ 'ਚ ਸੈਂਸ ਆਫ ਬਿਲੋਂਗਿੰਗ ਜਿਹੜਾ ਵੀ ਮੇਰੀ ਗੱਲ ਹੈ, ਕੋਈ ਗੱਲ ਨਹੀਂ, ਹੋਰ 2 ਸਾਲਾਂ ਨੂੰ ਹੋ ਜਾਊਗਾ, 3 ਸਾਲਾਂ ਨੂੰ ਹੋ ਜਾਊਗਾ, ਮੇਰੇ ਨਾਲ ਧੱਕਾ ਨਹੀਂ ਹੋਊਗਾ। ਲੋਕਾਂ ਦੇ ਵਿੱਚ ਇਨਸਿਕਿਉਰਿਟੀ ਬਹੁਤ ਹੈ, ਖਾਸ ਕਰਕੇ ਸਾਰਿਆਂ ਦੀ ਬਹੁਤ ਆ। ਪੰਜਾਬ ਨੂੰ ਛੱਡਣ ਦਾ ਇੱਕ ਵੱਡਾ ਕਾਰਨ ਇਹ ਹੈਗਾ ਕਿ ਇੱਥੇ ਸਾਡੀ ਸੈਂਸ ਆਫ ਬਿਲੋਂਗਿੰਗ ਖਤਮ ਹੋ ਗਈ ਆ। ਇਹ ਬਹੁਤ ਵੱਡਾ ਕੁਐਸਚਨ ਆ। ਇਹ ਅੱਜ ਨਹੀਂ, ਮਤਲਬ 45 ਦਿਨ ਪਹਿਲਾਂ ਨਹੀਂ ਸ਼ੁਰੂ ਹੋਇਆ, ਇਹ ਖਾਸ ਕਰਕੇ 70 ਤੋਂ ਸ਼ੁਰੂ ਹੋ ਗਿਆ ਸੀਗਾ। ਕੁਝ ਗ੍ਰੀਨ ਰੈਵੋਲੂਸ਼ਨ ਲੈ ਕੇ ਆਇਆ ਸੀਗਾ, ਕੁਝ ਟੈਰਰਿਜ਼ਮ ਲੈ ਕੇ ਆਇਆ ਸੀਗਾ, ਕੁਝ ਜਿਹੜੀਆਂ ਸਰਕਾਰਾਂ ਬਾਅਦ ਦੇ ਸਰਕਾਰਾਂ ਦੀਆਂ ਪਾਲਿਸੀਆਂ ਉਹ ਲੈ ਕੇ ਆਈਆਂ ਸੀਗੀਆਂ, ਜਿਹੜੀਆਂ ਪ੍ਰਾਈਵੇਟਾਈਜੇਸ਼ਨ ਦੀਆਂ ਪਾਲਿਸੀਆਂ ਸੀਗੀਆਂ। ਤੇ ਇਸ ਕਰਕੇ ਇਹ ਸਾਰੇ ਮਸਲੇ ਨੂੰ ਵਿਚਾਰਨ ਵਾਸਤੇ ਬਹੁਤ ਵੱਡੀ ਜਿਹੜੀ ਹੈਗੀ ਆ ਦੂਸਰੀ ਇਹਨੇ ਸਮਝ ਦੀ ਲੋੜ ਹੈਗੀ ਆ, ਲੋਕਾਂ ਦੇ ਸੁਝਾਅ ਲੈਣ ਦੀ ਲੋੜ ਹੈਗੀ ਆ। ਅੱਜ ਕੱਲ੍ਹ ਤਾਂ ਬਹੁਤ ਵਧੀਆ ਤਰੀਕਾ ਹੈਗਾ ਕਿ ਤੁਸੀਂ ਕੋਈ ਇੱਕ ਏਜੰਡਾ ਬਣਾ ਕੇ ਖੁੱਲ੍ਹੇ ਮਨ ਦੇ ਨਾਲ, ਖੁੱਲ੍ਹੇ ਦਿਲ ਦੇ ਨਾਲ ਲੋਕਾਂ ਦੇ ਵਿੱਚ ਉਹਨੂੰ ਤੁਸੀਂ ਭੇਜ ਦਿਓ। ਲੋਕਾਂ ਦੇ ਉੱਤੇ ਫੀਡਬੈਕ ਲੈ ਲਓ, ਤੁਹਾਨੂੰ ਦੱਸ ਦੇਣਗੇ। ਲੋਕਾਂ ਦੇ ਦੱਸੇ ਹੋਏ ਸੁਝਾਅ, ਲੋਕਾਂ ਦੀ ਮਨ ਦੀ ਕਹੀ ਹੋਈ ਗੱਲ ਦੇ ਉੱਤੇ ਸਰਕਾਰ ਜੇ ਰਿਸਪੌਂਡ ਕਰੂਗੀ ਤੇ ਮੈਨੂੰ ਲੱਗਦਾ ਵੀ ਇਹ ਮਸਲੇ ਵੀ ਕਾਫੀ ਹੱਦ ਤੱਕ ਜਿਹੜੇ ਹੈਗੇ ਆ ਉਹਨੂੰ ਰਿਜ਼ੋਲਵ ਕੀਤਾ ਜਾ ਸਕਦਾ। ਸਮਾਂ ਸੀਮਤ ਹੈ ਆਪਣੇ ਕੋਲੇ। ਸੇਖੋਂ ਸਾਹਿਬ, ਮੇਰੇ ਕੋਲੇ ਆਖਰੀ ਸਵਾਲ ਹੈ ਇਸ ਸਾਰੇ ਮਸਲੇ ਦੇ ਉੱਤੇ, ਜੇ ਆਪਾਂ ਨਿਬੇੜਨ ਤੇ ਆਈਏ ਤਾਂ, ਕਿ ਇੱਕ ਤਾਂ ਪਾਣੀਆਂ ਦਾ ਮਸਲਾ, ਇੱਕ ਕਿਸਾਨ ਹੁਣ ਆਪਣੇ ਹੱਥ 'ਚ ਲੈਣ ਜਾ ਰਹੇ ਨੇ। ਕਿਸਾਨਾਂ ਨੇ ਕਿਹਾ ਕਿ ਅਸੀਂ ਚੰਡੀਗੜ੍ਹ ਘੇਰ ਲੈਣਾ ਜੇ ਇਹਦਾ ਹੱਲ ਨਾ ਕੱਢਿਆ। ਹੋਰ ਵੀ ਬੜੇ ਮਸਲੇ ਨੇ, ਪਰ ਜਦੋਂ ਇਹਦੇ ਉੱਤੇ ਗੱਲ ਆਉਂਦੀ ਆ ਕਿ ਜਦੋਂ ਤੁਸੀਂ ਨਾਲ ਦੇ ਸੂਬਿਆਂ ਤੋਂ ਵੀ ਰਾਇਲਟੀ ਵਾਲੇ ਲੈਣੀ ਹੈ, ਰਾਜਸਥਾਨ ਤੋਂ ਨਹੀਂ ਮਿਲਦੀ ਜਾਂ ਦਿੱਲੀੋਂ ਨਹੀਂ ਮਿਲਦੀ, ਤੇ ਉਹਦੇ ਵਿੱਚ ਸੁਪਰ ਸੀਐਮ ਵਜੋਂ ਕੇਜਰੀਵਾਲ ਨੂੰ ਦੇਖਿਆ ਜਾਂਦਾ ਕਿ ਜਿਹੜਾ ਫੈਸਲਾ ਉਹਨਾਂ ਨੇ ਕਰਨਾ ਉਹ ਉਹੀ ਕਰਨਗੇ, ਭਾਵੇਂ ਉਹ ਪੰਜਾਬ ਦੀ ਰਾਜਧਾਨੀ ਦਾ ਹੋਵੇ ਜਾਂ ਕੋਈ ਨੈਸ਼ਨਲ ਮਸਲਾ ਹੋਵੇ ਜਿਹੜਾ ਜਾ ਕੇ ਕੇਂਦਰ ਕੋਲ ਚੁੱਕਣਾ। ਉਹਦੇ ਵਿੱਚ ਅਰਵਿੰਦ ਕੇਜਰੀਵਾਲ ਹੋਰਾਂ ਬਿਨਾਂ ਕੋਈ ਅੱਗੇ ਕਦਮ ਨਹੀਂ ਪੁੱਟਦਾ। ਮੈਨੂੰ ਨਹੀਂ ਲੱਗਦਾ ਆਪਾਂ ਬਹੁਤ ਜ਼ਿਆਦਾ ਕਿ ਭਾਰ ਪਾ ਦੇਣੇ ਕੇਜਰੀਵਾਲ ਦੇ ਉੱਤੇ। ਕੇਜਰੀਵਾਲ ਦੀ ਕਿੰਨੀ ਕਪੈਸਿਟੀ ਹੋ ਸਕਦੀ, ਉਹ ਹੋਰ ਪਾਸੇ ਬਹੁਤ ਬਿਜ਼ੀ ਆ। ਪੰਜਾਬ ਦੇ ਲੋਕਾਂ ਨੇ ਭਗਵੰਤ ਸਿੰਘ ਮਾਨ ਨੂੰ 92 ਸੀਟਾਂ ਦਿੱਤੀਆਂ ਕਿਉਂਕਿ ਮੁੱਖ ਮੰਤਰੀ ਨੂੰ ਇਹਦੇ ਤੌਰ ਤੇ ਦੇਖਦੇ ਆ। ਹਾਂ, ਪਾਰਟੀ ਦੀ ਹੋ ਸਕਦਾ ਸਮੱਸਿਆ, ਸੁਪਰੀਮੋ ਹੈਗਾ, ਪਾਰਟੀ ਦਾ ਚੀਫ ਲੀਡਰ ਹੈਗਾ, ਉਹਨਾਂ ਵਾਸਤੇ ਹੋ ਸਕਦੀ, ਲੋਕਾਂ ਲਈ ਉਹ ਮਸਲਾ ਨਹੀਂ ਹੈ। ਜੇ ਤਾਂ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ, ਵਿਧਾਇਕਾਂ ਦੀ ਗੱਲ ਕਰਦੇ ਹਾਂ, ਐਮਪੀਆਂ ਦੀ ਗੱਲ ਕਰਦੇ ਹਾਂ, ਮੰਤਰੀਆਂ ਦੀ ਗੱਲ ਕਰਦੇ ਹਾਂ, ਉਹ ਠੀਕ ਆ, ਪਾਰਟੀ ਆ, ਉਹਨਾਂ ਦੀ ਹਾਈ ਕਮਾਂਡ ਆ, ਉਸ ਤਰੀਕੇ ਨਾਲ ਜਾਣ। ਪਰ ਜਦੋਂ ਅਸੀਂ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਲਿਆ ਦਿੰਦੇ ਹਾਂ ਤਾਂ ਮੈਨੂੰ ਬਹੁਤਾ ਜਸਟੀਫਾਈਡ ਨਹੀਂ ਲੱਗਦਾ। ਔਰ ਜੇ ਗੱਲ ਹੈਗੀ ਆ ਤੇ ਬਹੁਤਾ ਮੈਂ ਕਹਿ ਸਕਦਾ ਕਿ ਬਹੁਤਾ ਲੰਮਾ ਸਮਾਂ ਚੱਲੇਗੀ ਨਹੀਂ। ਮੈਂ ਬਹੁਤ ਜ਼ਿੰਮੇਵਾਰੀ ਦੇ ਨਾਲ ਇਹ ਗੱਲ ਕਹਿ ਰਿਹਾ। ਪਰ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ, ਕਿਉਂਕਿ ਇਹ ਤੌਖਲੇ ਖੜੇ ਕੀਤੇ ਜਾ ਸਕਦੇ, ਤੌਖਲਿਆਂ ਦੇ ਬਾਵਜੂਦ ਵੀ ਲੋਕਾਂ ਨੇ ਵੋਟਾਂ ਪਾਈਆਂ ਔਰ ਇਹਦੇ ਬਾਵਜੂਦ ਵੀ ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ। ਉਹਨਾਂ ਦਾ ਵਿਸ਼ਵਾਸ ਆਪਣੇ ਚੁਣੇ ਹੋਏ ਲੋਕਾਂ ਦੇ ਉੱਤੇ ਆ ਔਰ ਚੁਣੇ ਹੋਏ ਲੋਕ ਜਿਹੜੇ ਆ ਉਹ ਲੋਕਾਂ ਨੂੰ ਜ਼ਿੰਮੇਦਾਰ ਹੈਗੇ ਆ, ਇਹਨਾਂ ਨੂੰ ਜਵਾਬਦੇਹ ਹੈਗੇ ਆ। ਇਹ ਮਸਲੇ ਪਹਿਲੋਂ ਵੀ ਸੀ ਪਾਣੀਆਂ ਵਾਲੇ, ਇਹ ਹੁਣ ਵੀ ਆ। ਪਾਣੀ ਦਾ ਵੈਸੇ ਹੀ ਸੰਕਟ ਹੈ, ਪਾਣੀ ਦਾ ਵੈਸੇ ਹੀ ਕ੍ਰਾਈਸਿਸ ਹੈ। ਸਾਨੂੰ ਵੀ 2 ਚੀਜ਼ਾਂ ਹੈਗੀਆਂ, ਇੱਕ ਤਾਂ ਪਾਣੀ ਸੰਭਾਲਣ ਦੀ ਬਹੁਤ ਲੋੜ ਹੈ। ਮੈਂ ਕੋਈ ਇੱਥੇ ਬਹੁਤ ਕਿਸੇ ਨੂੰ ਕੋਈ ਐਡਵਾਈਸ ਦੇਣ ਡਿਆ ਵਾ, ਉਹ ਪਾਣੀ ਨੂੰ ਦਾ ਸੰਜਮ ਨਾਲ ਵਰਤਣ ਦੀ ਲੋੜ ਆ। ਮੈਨੂੰ ਨਹੀਂ ਲੱਗਦਾ ਕਿ ਖੇਤੀ 'ਚ ਇੱਕ ਧਾਰਨਾ ਬਦਲਣ ਦੀ ਲੋੜ ਹੈ ਵੀ ਸ਼ਾਇਦ ਖੇਤੀ ਪਾਣੀ ਜ਼ਿਆਦਾ ਖਾ ਰਹੀ ਹੈ। ਸਾਡਾ ਜਿਹੜੀ ਸ਼ਹਿਰੀ ਆਬਾਦੀ ਹੈਗੀ ਆ, ਸ਼ਹਿਰੀ ਲਾਈਫ ਸਟਾਈਲ ਆ, ਉਹ ਪਾਣੀ ਬਹੁਤ ਖਾ ਰਿਹਾ। ਕਦੀ ਅੰਦਾਜ਼ਾ ਲਾਇਆ ਕਿ 5 ਸਟਾਰ ਹੋਟਲ ਦੇ ਵਿੱਚ ਕਿੰਨਾ ਪਾਣੀ ਜਿਹੜਾ ਖਤਮ ਹੁੰਦਾ, ਜਾਂ ਸਾਡੇ ਆਪਣੇ ਘਰ ਦੇ ਵਿੱਚ ਕਿੰਨਾ ਪਾਣੀ, ਕਿੰਨੇ ਹਜ਼ਾਰ ਲੀਟਰ ਅਸੀਂ ਰੋਜ਼ ਖਤਮ ਕਰਦੇ ਹਾਂ। ਖੇਤ ਤਾਂ ਸਾਡਾ ਟਾਰਗੇਟ ਆ। ਜਿੱਦਾਂ ਕਿਸ ਸਮੇਂ 'ਚ ਕਹਿੰਦੇ ਸੀ ਵੀ ਸਾਰਾ ਧੂੰਆਂ ਜਿਹੜਾ ਹੈਗਾ, ਸਾਰਾ ਪੋਲਿਊਸ਼ਨ ਜਿਹੜਾ ਵਾ ਉਹ ਪਰਾਲੀ ਕਰਦੀ ਆ। ਜਦੋਂ ਉਹਦਾ ਸਾਇੰਟੀਫਿਕ ਐਨਾਲਿਸਿਸ ਕੀਤਾ ਗਿਆ ਤਾਂ ਉਹਦਾ ਤਾਂ ਬਹੁਤ ਇਨਸਿਗਨੀਫੀਕੈਂਟ ਹਿੱਸਾ ਸੀਗਾ। ਪਾਣੀ ਬਹੁਤ ਸੈਂਸਿਟਿਵ ਮੁੱਦਾ ਹੈ ਔਰ ਇਹ ਪਾਣੀ ਨੂੰ ਮੈਨੂੰ ਨਹੀਂ ਲੱਗਦਾ ਵੀ ਕੋਈ ਡੇਅਰ ਕਰ ਸਕਦਾ ਹੈ ਕਿ ਪੰਜਾਬ ਦੇ ਪਾਣੀ। ਹਾਂ, ਇਹ ਜ਼ਰੂਰ ਹੈਗਾ, ਸਾਨੂੰ ਦੇਖਣ ਦੀ ਲੋੜ ਹੈਗੀ ਆ ਕਿ ਅਸੀਂ ਆਪਣਾ ਪਾਣੀ ਕਿੱਦਾਂ ਬਚਾਉਣਾ ਹੈ। ਔਰ ਇਹ ਸਿਰਫ ਪਾਣੀ ਦੀ ਗੱਲ ਨਹੀਂ ਹੈ, ਉਹਦੇ ਨਾਲ ਵਾਤਾਵਰਨ ਦੀ ਗੱਲ ਹੈ। ਔਰ ਇਹ ਪਾਣੀ ਤੇ ਵਾਤਾਵਰਨ ਦੇ ਬਦਲੇ ਸੁਖਵਿੰਦਰ ਜੀ, ਸਭ ਤੋਂ ਵੱਧ ਵੱਡੀ ਕਾਸਟ ਪੰਜਾਬ ਦੇ ਲੋਕ ਜਿਹੜੇ ਆ ਉਹਦੀ ਦੇ ਰਹੇ ਆ। ਜਿਹੜਾ ਉਹ ਸਦਰਨ ਮਾਲਵੇ ਵਾਲਾ ਪਾਸਾ ਹੈਗਾ, ਕਿਸ ਤਰੀਕੇ ਦੇ ਨਾਲ ਉੱਥੇ ਫਸਲਾਂ ਖਰਾਬ ਹੋ ਰਹੀਆਂ ਕਿਉਂਕਿ ਪਾਣੀ ਬਹੁਤ ਡੂੰਘਾ ਹੋ ਗਿਆ, ਖੇਤੀਬਾੜੀ ਬਹੁਤ ਮਹਿੰਗੀ ਹੋ ਰਹੀ ਆ। ਲੋਕਾਂ ਦੀ ਸਿਹਤ 'ਤੇ ਕੀ ਅਸਰ ਪੈ ਰਿਹਾ ਹੈ ਜਾਂ ਲੋਕਾਂ ਦੀ ਸੋਚ ਬਦਲ ਰਹੀ ਹੈ। ਸਭ ਤੋਂ ਵੱਡੀ ਗੱਲ ਤੇ ਹੈਗਾ ਵੀ ਇਹੀ ਮੈਂ ਗੱਲ ਅੰਤ 'ਤੇ ਕਹਿਣਾ ਚਾਹੁੰਦਾ ਵਾਂ ਕਿ ਅਸੀਂ ਆਪਣੇ ਆਪ ਦੇ ਵਿਸ਼ਵਾਸ ਹੌਲੀ ਹੌਲੀ ਸਾਨੂੰ ਘਟਣਾ ਸ਼ੁਰੂ ਹੋ ਗਿਆ। ਅਸੀਂ ਇਹ ਸੋਚਦੇ ਹਾਂ ਸਾਡੇ ਕੋਲ ਦੂਸਰਾ ਬੰਦਾ ਖੋਹ ਕੇ ਲੈ ਜਾਊਗਾ ਜਾਂ ਉਹ ਸਾਡੀ ਚੀਜ਼ ਦੇ ਦੂਗਾ। ਯਾਰ, ਪੰਜਾਬ ਦਾ ਇਤਿਹਾਸ ਤਾਂ ਇੱਦਾਂ ਦਾ ਨਹੀਂ ਹੈਗਾ ਬਈ। ਪੰਜਾਬ ਠੀਕ ਆ, ਦੂਸਰੇ ਦੇ ਹੱਕਾਂ 'ਤੇ ਡਾਕਾ ਨਹੀਂ ਮਾਰਦਾ। ਪੰਜਾਬ ਜਦੋਂ ਦਿੰਦਾ ਵਾ, ਜਦੋਂ ਕਿਸੇ ਨੂੰ ਲੋੜ ਹੁੰਦੀ ਆ,
ਪਰ ਪੰਜਾਬ ਤੋਂ ਜ਼ਬਰਦਸਤੀ ਕੋਈ ਚੀਜ਼ ਲੈ ਨਹੀਂ ਸਕਦਾ, ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ। ਭਾਵੇਂ ਉਹ ਕਿੱਡੀ ਵੱਡੀ ਸਰਕਾਰ ਹੋਵੇ, ਕਿੱਡਾ ਵੱਡਾ ਕੋਈ ਬਾਦਸ਼ਾਹ ਹੋਵੇ, ਕਿੱਡਾ ਵੱਡਾ ਤਾਕਤਵਰ ਹੋਵੇ। ਆ ਕੀ ਸੀ ਹਾਲ, ਜਿਹੜੇ 3 ਕਾਨੂੰਨ ਸੀਗੇ ਇਕੱਲੇ ਪੰਜਾਬ ਦੇ ਥੋੜੇ ਸੀਗੇ, ਪੰਜਾਬ ਨੇ ਤਾਂ ਮੈਨੇਜ ਕਰ ਲੈਣਾ ਸੀਗਾ। ਇਹਦੇ ਉੱਤੇ ਤੁਸੀਂ ਕਿੱਡੀ ਵੱਡੀ ਲੜਾਈ ਲੜ ਸਕਦੇ ਹੋ। ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਇਹ ਸੋਚਦੇ ਸੀ ਵੀ ਨਹੀਂ, ਇਹ ਕਿਸਾਨ ਜਿਹੜੇ ਹੈਗੇ ਆ, ਕੀ ਇਹਨਾਂ ਬਾਰੇ ਕਿਹਾ ਗਿਆ ਸੀਗਾ, ਕਿੱਦਾਂ ਦੀ ਭਾਸ਼ਾ ਵਰਤੀ ਗਈ ਸੀਗੀ, ਕਿੱਦਾਂ ਇਹਨਾਂ ਨੂੰ ਦੁੱਖ ਦਿੱਤਾ ਗਿਆ ਸੀਗਾ, ਕਿੱਦਾਂ ਇਹਨਾਂ ਨੇ ਜਿਹੜੇ ਆਪਣੇ ਦੁੱਖ ਸਹਿ ਸੀਗੇ। ਸੋ ਮੇਰਾ ਖਿਆਲ ਹੈਗਾ ਵੀ ਇਹ ਮੁੱਦਿਆਂ ਨੂੰ ਕਈ ਵਾਰੀ ਛੇੜ ਕੇ ਬਿਨਾਂ ਉਹ ਤੱਥਾਂ ਦੇ ਜਾਂ ਬਿਨਾਂ ਕੋਈ ਰਿਐਲਿਟੀ ਜਾਂ ਬਿਨਾਂ ਕੋਈ ਕਾਰਵਾਈ ਹੋ ਰਹੀ ਆ, ਤੇ ਫਿਰ ਮੈਨੂੰ ਇਹੀ ਲੱਗਦਾ ਵੀ ਆਪਾਂ ਸਰਕਾਰ ਦੇ ਉੱਤੇ ਜਿਹੜਾ ਕਈ ਵਾਰੀ ਲੱਗਦਾ ਵੀ ਉਹਨਾਂ ਦਾ ਧਿਆਨ ਦੂਸਰੇ ਪਾਸੇ ਵੱਲ ਖਿੱਚਦੇ ਆ। ਚੌਕਸ ਜ਼ਰੂਰ ਰਹਿਣ ਦੀ ਗੱਲ ਹੈਗੀ ਆ। ਜੇ ਕੋਈ ਇਹ ਮਸਲਾ ਆਉਂਦਾ ਹੈ, ਗੱਲ ਕਰਦੇ ਹੈ, ਤਾਂ ਮੈਂ ਇਹ ਗੱਲ ਅਖੀਰ ਤੇ ਕਹਿਣੀ ਚਾਹੂੰਗਾ ਕਿ ਸਾਨੂੰ ਆਪਣੇ ਤੌਰ ਤੇ ਹੀ ਵਿਸ਼ਵਾਸ ਪੈਦਾ ਕਰਨਾ ਚਾਹੀਦਾ। ਅਸੀਂ ਇਹ ਸਰਕਾਰ ਚੁਣੀ ਆ, ਨੁਮਾਇੰਦੇ ਚੁਣੇ ਆ, ਪੰਜਾਬ ਦੇ ਲੋਕਾਂ ਨੂੰ ਇਹ ਕੌਨਫੀਡੈਂਸ ਹੋਇਆ ਕਿ ਇਸ ਕਰਕੇ ਚੁਣੀ ਆ ਕਿ ਇਹ ਪੰਜਾਬ ਨੂੰ ਰਿਸਪੌਂਡ ਕਰੂਗੀ, ਪੰਜਾਬ ਦੇ ਮਸਲਿਆਂ ਨੂੰ ਹੱਲ ਕਰੂਗੀ। ਨਾਲ ਇਹ ਵੀ ਇੱਕ ਇਹ ਜਿਹੜਾ ਫੁੱਟਨੋਟ ਸੀਗਾ ਕਿ ਮੌਕਾ ਦੇ ਦਿੰਦੇ ਆ, ਕੰਮ ਕਰਨਗੇ ਬਹੁਤ ਵਧੀਆ, ਨਹੀਂ ਤੇ ਅਗਲੀ ਵਾਰ ਫਿਰ ਵੇਖ ਲਾਂਗੇ। ਅਗਲੀ ਵਾਰ ਫਿਰ ਵੇਖ ਲਾਂਗੇ ਮਤਲਬ ਇਹ ਨਹੀਂ ਹੈ ਕਿ ਟ੍ਰੈਡੀਸ਼ਨਲ ਪਾਰਟੀਆਂ ਜਿਹੜੀਆਂ ਹੈਗੀਆਂ ਬਾਈ ਡਿਫਾਲਟ ਉਹ ਜਿਹੜੀਆਂ ਹੈਗੀਆਂ ਉਹ ਜਿਹੜੀ ਥਾਲੀ ਦੇ ਵਿੱਚ ਪੈ ਜਾਊਗਾ। ਸਵਾਲ ਵੱਡੇ ਹੋ ਗਏ, ਸਵਾਲ ਜਿਹੜੇ ਆ ਦੂਸਰੇ ਪੋਲੀਟੀਕਲ ਹੋ ਗਏ ਆ। ਹਾਂ, ਇਹ ਜ਼ਰੂਰ ਹੈਗਾ ਵੀ ਇਹਦੇ ਨਾਲ ਜੇ ਉਹ ਸੁਧਾਰ ਲੈਂਦੇ ਆ ਜਾਂ ਉਹ ਪੀਪਲ ਸੈਂਟਰ ਏਜੰਡਾ ਆ ਜਾਂਦਾ ਵਾ ਜਾਂ ਆਪਣੀ ਆਦਤ ਬਦਲ ਲੈਂਦੇ ਆ। ਮੈਂ ਫਿਰ ਕਹਿਣਾ ਕਿ ਪੋਲੀਟੀਕਲ ਲੀਡਰ ਜਿਹੜੇ ਹੈਗੇ ਆ ਇਹ ਤੁਹਾਡੇ ਸਾਡੇ ਨਾਲੋਂ ਇੱਕ ਪੀੜ੍ਹੀ ਅੱਗੇ ਆ। ਇਹ ਲੋਕ ਕੀ ਸੋਚਦੇ ਆ ਤੇ ਲੋਕ ਕਿਹੜੀ ਸੋਚ ਦੇ ਉੱਤੇ ਕਿਸੇ ਵਿਅਕਤੀ ਨੂੰ, ਪਾਰਟੀ ਨੂੰ ਜਾਂ ਇੱਕ ਹੋਰ ਜਿਹੜੀ ਹੈਗੀ ਵਿਚਾਰਧਾਰਾ ਨੂੰ ਸਪੋਰਟ ਦਿੰਦੇ ਆ, ਇਹ ਸਾਡੇ ਤੋਂ ਜ਼ਿਆਦਾ ਵਧੀਆ ਤਰੀਕੇ ਨਾਲ ਸੋਚਦੇ ਆ। ਤੇ ਮੈਨੂੰ ਇਹ ਲੱਗਦਾ ਵੀ ਭਗਵੰਤ ਸਿੰਘ ਦੀ ਜਿਹੜੀ ਹੈਗੀ ਪਾਰਟੀ, ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਆਉਣਾ ਹੀ ਇੱਕ ਨਵੀਂ ਬਿਗਨਿੰਗ ਹੈ। ਕੱਲ੍ਹ ਪਾਤਰ ਸਾਹਿਬ ਨੇ ਜਿਹੜਾ ਪੰਜਾਬੀ ਟ੍ਰਿਬਿਊਨ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ, ਆਪਣੇ ਤਰੀਕੇ ਦੇ ਨਾਲ ਉਹ ਸਾਰਾ ਨਰੇਟ ਕੀਤਾ ਸੀ, ਮੈਂ ਉਹਨੂੰ ਦੁਬਾਰਾ ਦੁਹਰਾਉਣਾ ਨਹੀਂ ਚਾਹੁੰਦਾ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਲੋਕਾਂ ਨੂੰ ਇਹ ਸੋਚ ਕੇ ਘਿਰਾਓ ਕਰਨ ਦੇ ਨਾਲ ਕਿੰਨੇ ਕੁ ਮਸਲੇ ਹੱਲ ਹੋ ਸਕਦੇ ਆ। ਬਹੁਤ ਲੰਮਾ ਸਮਾਂ ਕੋਈ ਵੀ ਕੰਮ ਕਰੀ ਜਾਵਾਂਗੇ ਤਾਂ ਉਹਦੀ ਸਿਗਨੀਫੀਕੈਂਸ ਜਿਹੜੀ ਆ ਉਹ ਘੱਟ ਜਾਂਦੀ ਆ, ਉਹਦੀ ਵੈਲਿਊ ਘੱਟ ਜਾਂਦੀ ਆ। ਮੈਂ ਕਿਸੇ ਨੂੰ ਕੋਈ ਐਡਵਾਈਸ ਨਹੀਂ ਦੇਣ ਡਿਆ, ਪਰ ਮੈਂ ਇੱਕ ਆਪਣੀ ਸਮਝ ਤੋਂ ਕਹਿ ਰਿਹਾ ਵਾਂ ਕਿ ਲਗਾਤਾਰ ਕੋਈ ਚੀਜ਼ ਕਰੀ ਜਾਵਾਂਗੇ ਛੋਟੇ ਛੋਟੇ ਮੁੱਦਿਆਂ ਦੇ ਉੱਤੇ, ਤੇ ਉਹਦੇ ਨਾਲ ਮੇਰੇ ਖਿਆਲ ਜਿਹੜੀ ਉਹਦੀ ਇੰਪੋਰਟੈਂਸ ਹੁੰਦੀ ਆ ਜਾਂ ਜਿਹੜੀ ਉਹਦੀ ਜਿਹੜੀ ਖਾਸ ਕਰਕੇ ਜੇ ਤੁਸੀਂ ਚੀਜ਼ਾਂ ਲੈ ਸਕਦੇ। ਹਾਂ, ਜੇ ਮੁੱਦੇ ਹੈਗੇ ਆ, ਲੋਕ ਤੁਹਾਡੇ ਨਾਲ ਹੈਗੇ ਆ, ਹੋਰ ਸਾਧਨ ਨਹੀਂ ਕੰਮ ਕਰਦੇ, ਜਾਂ ਇਹ ਵੇਖਿਆ ਜਾਵੇ ਕਿ ਇਹਦੇ ਨਾਲ ਕਿਤੇ ਪੰਜਾਬ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ, ਲੋਕਾਂ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ, ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ। ਕੈਪਟਨ ਸਾਹਿਬ ਤੋਂ ਪਹਿਲਾਂ 1.25 ਲੱਖ ਤੇ 2 ਲੱਖ ਕਰੋੜ ਦਾ ਕਰਜ਼ਾ ਸੀਗਾ, ਹੁਣ 3 ਲੱਖ ਦਾ ਕਰੋੜ ਦਾ ਕਰਜ਼ਾ ਹੋ ਗਿਆ। ਇਹ ਜਾਣ ਕੇ 5 ਸਾਲਾਂ ਨੂੰ ਹੋ ਸਕਦਾ 5 ਲੱਖ ਕਰੋੜ ਦਾ ਹੋ ਜਾਵੇ, ਭੁਗਤਣਾ ਤੇ ਫਿਰ ਲੋਕਾਂ ਨੂੰ ਪੈਣਾ ਇੱਥੇ। ਇਹ ਜਿਹੜਾ ਸਾਡੇ ਸਿਰ ਤੇ ਭਾਰ ਵਾ ਇਹ ਲੋਕਾਂ ਦੀਆਂ ਹੀ ਜੇਬਾਂ ਦੇ ਵਿੱਚੋਂ ਨਿਕਲਣਾ। ਤਾਂ ਮੈਨੂੰ ਲੱਗਦਾ ਵੀ ਇਸ ਚੀਜ਼ ਵਾਸਤੇ ਸਾਨੂੰ ਵਿਚਾਰ ਵਟਾਂਦਰਾ ਸਾਰੀਆਂ ਜਥੇਬੰਦੀਆਂ ਨੂੰ, ਸਾਰੇ ਸਟੇਕ ਹੋਲਡਰ ਨੂੰ ਬੈਠ ਕੇ ਜਿਹੜਾ ਉਹ ਕਰਨਾ ਚਾਹੀਦਾ ਹੈ। ਪਰ ਇਹ ਜ਼ਰੂਰ ਹੈਗਾ ਕਿ ਇਹਦੇ ਵਿੱਚ ਲੋਕਾਂ ਦਾ ਹਿੱਤ ਜਿਹੜਾ ਹਮੇਸ਼ਾ ਸਰਪ੍ਰਾਈਜ਼ ਹੋਣਾ ਚਾਹੀਦਾ। ਸਰਕਾਰ ਕਿਤੇ ਨਹੀਂ ਦੌੜ ਸਕਦੀ, ਨਾ ਸਰਕਾਰਾਂ ਦੌੜ ਸਕਦੀਆਂ। ਲੋਕਾਂ ਨੇ ਵਿਖਾ ਦਿੱਤਾ ਕਿ ਅਸੀਂ ਉਹ ਸਰਕਾਰ ਨੂੰ, ਜਿਹੜੀ ਸਰਕਾਰ ਲੋਕਾਂ ਪ੍ਰਤੀ ਉੱਤਰਦਾਈ ਨਹੀਂ ਹੈ, ਉਹਨੂੰ ਬਹੁਤਾ ਲੰਮਾ ਸਮਾਂ ਜਿਹੜਾ ਅਸੀਂ ਟੋਲਰੇਟ ਨਹੀਂ ਕਰਾਂਗੇ। ਸ਼ੁਕਰੀਆ ਸੇਖੋਂ ਸਾਹਿਬ, ਧੰਨਵਾਦ ਤੁਹਾਡਾ।